ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ ਸੁਖਵਿੰਦਰ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਪਹਿਲਾਂ ਗੱਲ ਜਿਹੜੀ ਆ ਚੰਡੀਗੜ੍ਹ ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਬਾਕੀ ਸਿਆਸੀ ਧਿਰਾਂ ਤਾਂ ਉਸ ਤਰੀਕੇ ਨਾਲ ਮੂੰਹ ਨਹੀਂ ਖੋਲ ਰਹੀਆਂ ਸੁਨੀਲ ਜਾਖੜ ਹੋਣਾ ਦੇ ਬੋਲਣ ਤੋਂ ਬਾਅਦ, ਪਰ ਕਿਸਾਨਾਂ ਨੇ ਇਸ ਮੁੱਦੇ ਨੂੰ ਉਸ ਤਰੀਕੇ ਨਾਲ ਚੁੱਕ ਲਿਆ ਜਿਵੇਂ ਸਿਆਸੀ ਧਿਰਾਂ ਨੂੰ ਚਾਹੀਦਾ ਸੀ। ਉਹਨਾਂ ਨੇ ਥਾਂ ਥਾਂ ਧਰਨੇ ਲਾਏ। ਉਗਰਾਹਾਂ ਸਾਹਿਬ, ਹੋਰ ਵਿਦਿਆਰਥੀ ਜਥੇਬੰਦੀਆਂ ਸਾਰੇ ਇਕੱਠੇ ਹੋ ਗਏ ਨੇ ਇਸ ਮਸਲੇ ਤੇ। ਪਰ ਜਿਹੜਾ ਕੇਂਦਰੀ ਕੁੰਡਾ ਆ ਉਹ ਉਸੇ ਤਰੀਕੇ ਨਾਲ ਚੱਲ ਰਿਹਾ ਕਿ ਉਹਨਾਂ ਨੇ ਹੁਣ ਸਿਟਕੋ ਦੇ ਮਾਮਲੇ ਦੇ ਵਿੱਚ ਵੀ, ਭਾਵੇਂ ਉਹ ਕਹਿੰਦੇ ਕਿ ਪੰਜਾਬ ਸਰਕਾਰ ਇਹ 'ਚ ਕਸੂਰਵਾਰ ਹੈ, ਇਹਨਾਂ ਨੇ ਆਪਣਾ ਦੱਸਿਆ ਨਹੀਂ, ਪਰ ਉਹ ਆਪਣਾ ਕੰਮ ਕਰ ਰਹੇ ਨੇ। ਜਿਵੇਂ ਪੀਜੀਆਈ ਤੋਂ ਡਾਕਟਰਾਂ ਨੂੰ ਪੰਜਾਬ ਦਿਆਂ ਨੂੰ ਵਾਪਸ ਭੇਜਣਾ, ਸਿਟਕੋ ਵਾਲਾ ਮਾਮਲਾ, ਤੇ ਉਹ ਅੱਗੋਂ ਹੋਰ ਵੀ ਕਰਨਗੇ। ਬਿਲਕੁਲ ਤੁਸੀਂ ਸੁਖਵਿੰਦਰ ਠੀਕ ਕਹਿ ਰਹੇ ਹੋ। ਜੇ ਆਪਾਂ ਦੇਖੀਏ ਨਾ, ਇਹ ਜਿਹੜਾ ਕੇਂਦਰ ਹੈ, ਖਾਸ ਤੌਰ ਤੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਆਈ ਹੈ, ਇਹਨੇ ਕੇਂਦਰ ਨੂੰ ਇਹ ਤਾਕਤਵਰ ਬਣਾਉਣ ਲੱਗੇ ਨੇ, ਯਾਨੀ ਕੇਂਦਰੀਕਰਨ ਕਰਨ ਲੱਗੇ ਨੇ ਕੇਂਦਰ ਦਾ। ਅਸੀਂ ਚਾਹੁੰਦੇ ਸੀ ਕਿ ਇਹ ਬਣੇ ਫੈਡਰਲਿਜ਼ਮ ਸੰਘ ਰਹੇ, ਇਹ ਸੰਘ ਦੀ ਸੰਘੀ ਘੁੱਟ ਰਹੇ ਨੇ। ਔਰ ਉਹਦੀ ਇੱਕ ਪੂਰੀ ਪਿਛਲੇ ਦਿਨਾਂ ਦੀ ਸਾਡੇ ਕੋਲ ਲਿਸਟ ਹੈ। ਜੇ ਪਹਿਲਾਂ ਸਭ ਤੋਂ ਚੱਕੀਏ ਤਾਂ BSF ਨੰਬਰ 1 ਆ ਜਾਂਦਾ। BSF ਦਾ ਦਾਇਰਾ ਵਧਾਇਆ ਗਿਆ ਔਰ ਉਸ ਤੋਂ ਬਾਅਦ 2-3 ਇਕੱਠੀ ਮਸਲੇ ਆਏ। ਚੰਡੀਗੜ੍ਹ UT ਜਿੱਥੇ 60-40 ਦਾ ਸੀ, ਉੱਥੇ 60-40 ਦੀ ਬਜਾਏ 60 ਨੂੰ ਘਟਣਾ ਸ਼ੁਰੂ ਕਰਤਾ। ਬਾਹਰੋਂ ਕੋਈ ਅੰਡੇਮਾਨ ਤੋਂ, ਕੋਈ ਦਿੱਲੀ ਤੋਂ ਅਫਸਰ ਲਿਆਉਣੇ ਸ਼ੁਰੂ ਕਰਤੇ। ਫਿਰ ਉਸ ਤੋਂ ਬਾਅਦ ਕੱਲੀ ਇੱਥੇ ਨਹੀਂ ਰੁਕੀ। ਫਿਰ 23 ਫਰਵਰੀ ਨੂੰ, ਬਲਕਿ 23 ਫਰਵਰੀ ਤੋਂ ਪਹਿਲਾਂ ਇੱਕ ਮਸਲਾ ਹੋਰ ਹੈ ਜਿਹੜਾ ਸਾਡੀਆਂ ਪੋਲੀਟੀਕਲ ਪਾਰਟੀਆਂ ਸੁੱਤੀਆਂ ਪਈਆਂ ਨੇ, ਉਹ ਚੱਕਦੀਆਂ ਹੀ ਨਹੀਂ। ਉਹ ਹੈ ਡੈਮ ਸੇਫਟੀ ਦਾ। ਡੈਮ ਸੇਫਟੀ ਦੇ ਨਾਂ ਤੇ ਬਿੱਲ ਪਾਸ ਵੀ ਕਰਾ ਲਿਆ ਔਰ ਸਾਡਾ ਖਰਚਾ, ਸਾਡੇ ਡੈਮ ਔਰ ਸਿਕਿਉਰਿਟੀ ਜਿਹੜੀ ਹੈ ਉਹ ਸੈਂਟਰ ਦੀ ਹੋਊ। ਜਿਹੜੀ ਹੁਣ 746 ਬੰਦੇ ਜਿਹੜੇ ਨੇ ਉਹ ਲਾਏ ਜਾ ਰਹੇ ਨੇ CIS ਦੇ, ਯਾਨੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ। ਤੇ ਉਹਦੇ 'ਚ ਉਹ ਇੱਕ ਮਸਲਾ, ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਜਿਵੇਂ। ਤੋ ਇਹਦਾ ਮਤਲਬ ਦਰਿਆਈ ਪਾਣੀਆਂ ਤੇ ਨਿਗਾਹ ਹੈ ਕਿ ਇਹ ਨੈਸ਼ਨਲ ਐਸਟ ਹੈ, ਇਹ ਕਹਿਣਾ ਚਾਹੁੰਦੇ ਨੇ। ਸੋ ਉਸ ਤੋਂ ਬਾਅਦ ਇਹਦੇ ਨਾਲ ਹੀ 23 ਫਰਵਰੀ ਨੂੰ ਮਸਲਾ ਆ ਗਿਆ ਜਿਹੜਾ BBMP ਦਾ, ਜਿਹਦੇ 'ਚ ਜਿਹੜੇ 2 ਮੈਂਬਰ ਪੰਜਾਬ ਤੇ ਹਰਿਆਣੇ ਦੇ, ਉਹਨਾਂ ਦੀ ਕਿਸਮ ਦੀ ਛੁੱਟੀ ਕਰਤੀ। ਹੁਣ ਤੁਸੀਂ ਕੱਲੇ ਫਿਰ ਉਸ ਤੋਂ ਬਾਅਦ ਇੱਕ ਡਾਕਟਰਾਂ ਦਾ ਆ ਗਿਆ 120 ਦਾ। ਤੇ ਖਾਸ ਤੌਰ ਤੇ ਜਿਹੜਾ ਹੁਣ ਲੇਟੈਸਟ ਹੈ, ਇਹ ਜਿਹੜੀ ਦੀ ਚੰਡੀਗੜ੍ਹ ਇੰਡਸਟਰੀਅਲ ਐਂਡ ਜਿਹੜਾ ਟੂਰਿਜ਼ਮ ਹੈ, ਟੂਰਿਜ਼ਮ ਡਿਵੈਲਪਮੈਂਟ, ਸਿਟਕੋ ਕਹਿ ਦਿੰਦੇ ਨੇ। ਸਿਟਕੋ ਦੇ ਚੇਅਰਮੈਨ ਜਿਹੜੇ ਹੁੰਦੇ ਨੇ, ਉਹ ਪੰਜਾਬ, ਉਹ ਮਰਿਆਦਾ ਸੀ ਵੀ ਪੰਜਾਬ ਤੋਂ ਹੀ ਲੈਣਾ। ਇੱਕ ਰਵਾਇਤ ਬਣ ਜਾਂਦੀ ਹੈ ਕਿ ਪੰਜਾਬ ਦਾ ਪੰਜਾਬ ਤੋਂ ਲੈਣਾ, ਚੰਡੀਗੜ੍ਹ ਦਾ। ਮਤਲਬ ਹਾਲਾਂਕਿ ਇਹ ਕੋਈ ਨਵੀਂ ਨਹੀਂ ਹੈ, ਇਹ 1974 'ਚ ਬਣੀ ਹੈ। 1974 ਤੋਂ ਇਹ ਚੱਲਿਆ ਆਉਂਦਾ ਸੀ। ਹੁਣ ਲੇਟੈਸਟ ਇਹ ਹੈ ਕਿ ਜਿਹੜੀ ਪੰਜਾਬ ਦੀ ਅਫਸਰ ਸੀ IAS ਜਸਵਿੰਦਰ ਕੌਰ, ਉਹਨੂੰ ਛੁੱਟੀ ਕਰਤੀ। ਉਹਨੂੰ ਕਹਿੰਦੇ ਜਾਓ ਪੰਜਾਬ ਵਾਪਸ। ਤੇ ਚੰਡੀਗੜ੍ਹ ਦੀ ਜਾਂ UT ਦੀ ਜਿਹੜੀ ਕੇਡਰ ਦੀ ਆ IAS ਪੂਰਬਾ ਗਰਗ, ਉਹਨੂੰ ਚਾਰਜ ਦੇਤਾ। ਹੁਣ ਇਹ ਜਿਹੜੀ ਇੱਕ ਲਿਸਟ ਹੈ, ਇਹਦੇ ਚੋਂ ਡਿਫੈਂਡ ਜਿਵੇਂ ਮਰਜ਼ੀ ਕਰੀ ਜਾਣ। ਜਿਵੇਂ ਹੁਣ ਉਹਨਾਂ ਨੇ BBMP ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਦਾ ਹਾਈ ਕੋਰਟ ਦੇ ਸੀ ਡਿਸੀਜਨ ਨਾਲ ਉਹਦੇ ਮੁਤਾਬਕ ਕੀਤਾ। ਜਗਮੋਹਨ ਸਿੰਘ ਵਰਸਸ ਯੂਨੀਅਨ ਆਫ ਸਟੇਟ ਕੇਸ ਦਾ ਹਵਾਲਾ ਦਿੱਤਾ। ਫਿਰ ਇਹਦਾ ਉਹਨਾਂ ਨੇ ਕੀਤਾ, ਭਾਵੇਂ ਗਵਰਨਮੈਂਟ ਵੱਲੋਂ ਨੂੰ ਆਇਆ, ਪਰ ਗਵਰਨਮੈਂਟ ਦੇ ਨੁਮਾਇੰਦੇ ਕਰ ਰਹੇ ਨੇ। ਹਰਜੀਤ ਗਰੇਵਾਲ ਕਰ ਰਿਹਾ ਸੀ ਬੈਠਾ, ਕਹਿੰਦਾ ਜੀ 8 ਵਾਰ ਪੰਜਾਬ ਨੂੰ ਲਿਖਿਆ, ਪੰਜਾਬ ਨੇ ਜਿਹੜਾ ਸਾਨੂੰ ਕੋਈ ਰਾਹ ਨਹੀਂ ਦਿੱਤਾ, ਪੰਜਾਬ ਨੇ ਅਫਸਰ ਨਹੀਂ ਦਿੱਤਾ ਸਾਨੂੰ ਕੋਈ। ਫਿਰ ਇੱਕ ਹੋਰ ਮਸਲਾ ਖੜਾ ਕਰ ਦਿੰਦੇ ਨੇ, ਉਹ IAS ਤੇ PCS ਦਾ। ਜਿਹੜਾ IAS ਬਣਦਾ 2 ਤਰੀਕੇ ਨਾਲ ਬਣਦਾ। ਇੱਕ ਤਾਂ ਡਾਇਰੈਕਟ IAS ਆਉਂਦੇ ਨੇ, ਇੱਕ PCS ਤੋਂ ਪ੍ਰਮੋਟ ਹੋ ਕੇ ਬਣਦੇ ਨੇ। ਉਹਦਾ ਮਸਲਾ ਲੈ ਆਉਂਦੇ ਨੇ ਜੀ ਅਸੀਂ IAS ਲਾਉਣਾ। ਤਾਂ ਵੈਸੇ ਤਾਂ ਪੰਜਾਬ ਨੂੰ ਚਾਹੀਦਾ ਹੀ ਹੈ। ਪੰਜਾਬ ਕੋਲ IAS ਹੈ ਕਿੰਨੇ ਕੁ? ਪੰਜਾਬ ਕੋਲ IPS ਆਪਦੇ 22-23 ਜ਼ਿਲ੍ਹਿਆਂ ਲਈ ਨਹੀਂ ਹੈਗੇ। ਮੈਂ ਇੱਕ ਵਾਰ ਦੇਖ ਰਿਹਾ ਸੀ, ਉਦੋਂ ਮੈਂ ਡਾਇਰੈਕਟਰ IAS ਟ੍ਰੇਨਿੰਗ ਸੈਂਟਰ ਸੀ। ਪੰਜਾਬ ਦੇ 22 ਜ਼ਿਲ੍ਹੇ ਹੁੰਦੇ ਸੀ, 23 ਮੈਂ ਤਾਂ ਹੁਣ ਬਣਿਆ। ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ
ਸਿਰਫ ਇੱਕ ਚ IPS ਪੰਜਾਬ ਦਾ ਸੀ, ਬਾਕੀ ਸਾਰੇ ਪ੍ਰਮੋਟੀ ਸੀ PPS। ਸੋ PPSC ਦਾ ਇਹਦਾ ਮਤਲਬ ਚਾਹੇ PCS ਤੋਂ ਪ੍ਰਮੋਟ, ਚਾਹੇ ਪੰਜਾਬ ਪੁਲਿਸ ਦੇ ਬੰਦੇ ਹੋਣ, ਤੇ ਉਹ ਸਰਕਾਰਾਂ ਤੇ ਆਪਸ ਚ ਵੀ ਉਹਨਾਂ ਦਾ ਹੁੰਦਾ। ਹੁਣ ਇਹ ਸਾਰਾ ਕੁਝ ਜਦੋਂ ਆਪਾਂ ਦੇਖਦੇ ਹਾਂ, ਡਿਫੈਂਸ ਜਿਵੇਂ ਮਰਜ਼ੀ ਲਈ ਜਾਓ, ਮਨਸ਼ਾ ਜ਼ਰੂਰ ਨਜ਼ਰ ਆਉਂਦੀ ਹੈ, ਭਾਵਨਾ ਨਜ਼ਰ ਆਉਂਦੀ ਹੈ ਕਿ ਇਹ ਜਿਹੜਾ ਕੇਂਦਰ ਹੈ ਇਹ ਕੇਂਦਰੀਕਰਨ ਕਰ ਰਿਹਾ ਹੈ। ਇਹ ਕੇਂਦਰੀਕਰਨ ਸਾਰੀਆਂ ਚੀਜ਼ਾਂ ਦੇ ਕਰ ਰਿਹਾ ਹੈ, ਇਕੱਲਾ ਇਹਦਾ ਨਹੀਂ। ਪਾਣੀਆਂ ਦਾ ਤਾਂ ਪੱਕਾ ਹੋ ਰਿਹਾ ਹੈ, ਇਹ ਆਪਾਂ ਦੇਖ ਹੀ ਲਿਆ। ਪਾਣੀਆਂ ਨਾਲ ਸੰਬੰਧਿਤ ਹਰ ਚੀਜ਼ ਹੁਣ ਕੇਂਦਰ ਦੇ ਹੱਥ ਚਲੀ ਜਾਣੀ ਹੈ। ਉਹਨਾਂ ਨੇ ਆਪਦੇ ਹਿਸਾਬ ਨਾਲ ਪਾਣੀਆਂ ਦੀ ਵੰਡ ਵੀ ਆਪਦੇ ਹਿਸਾਬ ਨਾਲ ਕਰਿਆ ਕਰਨੀ ਹੈ, ਜਿਸ ਪਾਸੇ ਨੂੰ ਗੱਲ ਜਾ ਰਹੀ ਹੈ। ਫਿਰ ਸਾਡੀਆਂ ਪੋਲੀਟੀਕਲ ਪਾਰਟੀਆਂ, ਸਾਡੀ ਸਿਆਸੀ ਜਮਾਤ ਬਾਈ ਗੌਡ, ਕਦੇ ਕਦੇ ਹੈਰਾਨੀ ਹੁੰਦੀ ਹੈ ਇਹ ਬੰਦੇ ਕਰਦੇ ਕੀ ਨੇ। ਪਹਿਲਾਂ ਤਾਂ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਲੱਗਦਾ, ਜੇ ਪਤਾ ਲੱਗ ਜੇ ਅਖਬਾਰਾਂ ਤੋਂ ਫਿਰ ਇਹ ਮਾੜੀ ਮੋਟੀ ਗੱਲ ਕਰਦੇ ਨੇ। ਹੁਣ ਦੋ ਬੰਦਿਆਂ ਨੇ ਗੱਲ ਚੱਕੀ, ਦੋਨੇ ਹੀ ਕਾਂਗਰਸ ਚੋਂ ਇੱਕ ਕਿਸਮ ਦਾ ਬਾਹਰ ਕੀਤੇ ਹੋਏ ਨੇ, ਜਾਂ ਉਹਨਾਂ ਕੋਲ ਅਹੁਦਾ ਨਹੀਂ। ਉਹ G23 ਦਾ ਮੈਂਬਰ ਅਮਨੀਸ਼ ਤਿਵਾੜੀ, ਸੁਨੀਲ ਜਾਖੜ ਜਿਹੜਾ ਹੈ ਉਹ ਕਾਂਗਰਸ ਤੋਂ ਪ੍ਰਧਾਨਗੀ ਤੋਂ ਲਾਇਆ ਹੋਇਆ। ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੇ ਖਬਰਾਂ 'ਚ ਰਹਿਣਾ, ਲੇਕਿਨ ਇਸ਼ੂ ਬਹੁਤ ਵੱਡਾ ਸੀ। ਮੈਂ ਬਹੁਤ ਵਾਰ ਪੁੱਛਦਾ ਹਾਂ, ਕਈ ਪ੍ਰੋਗਰਾਮ 'ਚ ਪੁੱਛਿਆ, ਚਰਨਜੀਤ ਚੰਨੀ ਜਿਹੜਾ ਮਸਲੇ ਹੱਲ ਕਰਦਾ ਹੈ, ਉਹ ਇਹ ਮਸਲਾ ਨਹੀਂ ਹੈ ਉਹਦੇ ਲਈ। ਉਹਦੇ ਕੋਲੇ ਕੋਈ ਹਾਲ ਤੱਕ ਕੋਈ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ। ਕਾਂਗਰਸ ਤਾਂ ਬੋਲੀ ਨਹੀਂ। ਕਾਂਗਰਸ ਦੱਸੋ ਕਿਹੜਾ ਬੋਲਿਆ? ਮਗਰ ਰਣਦੀਪ ਸੁਰਜੇਵਾਲਾ ਜਾਂ ਮਨੀਸ਼ ਤਿਵਾੜੀ ਜਾਂ ਇਹ ਤਿੰਨ। ਲੇਕਿਨ ਪੰਜਾਬ ਕਾਂਗਰਸ ਕਿੱਥੇ ਹੈ ਜੀ? ਨਵਜੋਤ ਸਿੰਘ ਸਿੱਧੂ ਕਿੱਥੇ ਹੈ? ਕਿੱਥੇ ਪੰਜਾਬ ਮਾਡਲ ਉਹਦਾ? ਕਿਉਂ ਨਹੀਂ ਬੋਲੇ? ਇਹ ਪੰਜਾਬ ਦੇ ਮਸਲੇ ਤੇ, ਪੰਜਾਬ ਦੇ ਹੱਕਾਂ ਤੇ ਗੱਲ ਚਾ ਰਹੀ ਹੈ, ਕਿਉਂ ਨਹੀਂ ਬੋਲਦੇ? ਕਾਂਗਰਸ ਨਹੀਂ ਬੋਲਦੀ। ਪਤਾ ਹੈ ਜਾਂ ਨਹੀਂ ਪਤਾ? ਕੱਟੇਦਾਨ ਕਰਨ ਲੱਗੇ ਹੋਏ ਨੇ, ਮੰਦਰ ਮੱਥੇ ਟੇਕਣ ਚ ਜੋਸ਼ੀਆਂ ਦੇ ਮਗਰ ਫਿਰਦੇ ਨੇ, ਤਾਂਤਰਾਂ ਦੇ ਮਗਰ ਫਿਰਦੇ ਨੇ, ਬੱਕਰਿਆਂ ਦੀ ਬਲੀ ਦੇ ਰਹੇ ਨੇ, ਉਪਾਅ ਕਰ ਰਹੇ ਨੇ, ਲੇਕਿਨ ਪੰਜਾਬ ਦਾ ਕਿਸੇ ਨੂੰ ਫਿਕਰ ਨਹੀਂ। ਇਹ ਵੀ ਤਾਂ ਦੇਖੋ ਨਾ, ਪੰਜਾਬ ਨੇ ਕੀ ਹੈ। ਲੋਕ ਨਹੀਂ ਪੁੱਛਣਗੇ ਵੀ ਤੁਸੀਂ ਕਿੱਥੇ ਬੋਲੇ। ਫਿਰ ਜਿਹੜੇ ਬੰਦਿਆਂ ਨੇ 9 ਮਾਸ ਦਾ ਰਿਸ਼ਤਾ ਜੋੜਿਆ ਸੀ, ਉਹ ਵੀ ਮੱਠੀ ਜੀ ਆਵਾਜ਼ ਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਲ ਕੀਤੀ। ਉਹ ਭਾਈ ਇਹ ਤੁਹਾਡੇ ਨਾਲ ਤੁਸੀਂ ਜਦੋਂ ਇਹਨਾਂ ਦੇ ਭਾਈਵਾਲ ਸੀ, ਜਦੋਂ ਰਸੂਲ ਹਮਜ਼ਾ ਤੋਬ ਆਪਣੀ ਕਿਤਾਬ 'ਚ ਲਿਖਦਾ ਮੇਰਾ ਦਾਗਸਤਾਨ 'ਚ, ਕਹਿੰਦਾ ਜੇ ਤੁਸੀਂ ਝੋਟੇ ਨੂੰ ਸਿੰਘਾਂ ਤੋਂ ਫੜ ਕੇ ਨਹੀਂ ਨਾ ਰੋਕ ਸਕਦੇ, ਮਤ ਜਾਣਿਓ ਪੂਛ ਤੋਂ ਫੜ ਕੇ ਰੋਕ ਲਓਗੇ। ਇਹ ਜਦੋਂ ਮਸਲੇ ਸ਼ੁਰੂ 'ਚ ਹੀ ਰੋਕ ਲੈਂਦੇ ਤਾਂ ਰੋਕ ਲੈਂਦੇ, ਹੁਣ ਕੀ ਕਰ ਲੋਗੇ? ਤੇ ਤੁਸੀਂ ਸਾਨੂੰ ਵੀ ਤਾਂ ਇਹੀ ਰੌਲਾ ਤਾਂ ਇਹੀ ਹੈ, ਸਾਨੂੰ ਸਜ਼ੇ ਨਹੀਂ, ਸਾਨੂੰ ਪੈਸੇ ਦੀ ਹੈ। ਤੇ ਫਿਰ ਉਹਦੇ 'ਚ ਕਿਸਾਨ ਆਏ, ਕਿਸਾਨਾਂ ਨੂੰ ਰਾਜੇਵਾਲ ਜਦੋਂ ਗਏ, ਇਹਨਾਂ ਤੋਂ ਰਾਜਪਾਲ ਮਿਲਿਆ ਹੀ ਨਹੀਂ ਰਾਜੇਵਾਲ ਨੂੰ, ਇਹਨਾਂ ਦੇ ਕਿਸਾਨ ਜਥੇਬੰਦੀਆਂ ਨੂੰ। ਇਹ ਬਾਹਰ ਚ ਪਕਾ ਕੇ ਆਏ ਨੇ। ਗੱਲ ਤਾਂ ਸੁਣੋ ਨਾ, ਸਾਡੀ ਤਾਂ ਗੱਲ ਵੀ, ਇਹਦਾ ਮਤਲਬ ਹੈ ਉਹ ਇਸ਼ੂ ਤੇ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਤੇ ਕੱਲ ਫਿਰ ਵੱਡੀਆਂ ਜਥੇਬੰਦੀਆਂ ਅਗਰਾਹਾਂ ਦੀ ਨਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ, ਫਿਰ PSU ਨਾਲ, AISF ਨਾਲ, SFI, ਇਹ ਵਿਦਿਆਰਥੀ ਨੇ ਇਕੱਠੇ ਹੋ ਕੇ ਕੱਲ ਉਹਨਾਂ ਨੇ ਮੰਗ ਪੱਤਰ ਦਿੱਤੇ ਨੇ। ਹੁਣ ਲਗਾਤਾਰ ਇਦੋਂ ਪਹਿਲਾਂ ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਆਮ ਆਦਮੀ ਪਾਰਟੀ ਸਿਆਸੀ ਜਮਾਤਾਂ ਚੋਂ ਕਦੇ ਮਾਲਵਾ, ਕਦੇ ਮਾਝਾ, ਕਦੇ ਮਾਲਵੇ ਚ ਅਖੀਰ ਚ, ਦੁਆਬੇ ਤੇ ਮਾਝੇ ਚ ਪਹਿਲਾਂ ਉਹਨਾਂ ਨੇ ਇੱਕ ਮੰਗ ਪੱਤਰ ਉੱਥੇ ਦਿੱਤਾ ਹੈ। ਸੋ ਇਹ ਜਿਹੜਾ ਕੁਛ ਆਣਾ ਉਹ ਬਹੁਤ ਜ਼ਰੂਰੀ ਇਸ ਕਰਕੇ। ਹੁਣ ਜਿਹੜੇ ਪਾਣੀ ਦੇ ਮਸਲੇ ਚ ਮੈਂ ਕਹਿਣਾ BBMP ਦੇ ਮਸਲੇ ਤੇ ਆਮ ਆਦਮੀ ਪਾਰਟੀ ਬਾਕੀ ਸਿਆਸੀ ਜਮਾਤਾਂ ਨੂੰ ਅੱਗੇ ਨਿਕਲ ਆਈ, ਲੇਕਿਨ ਦੂਜੇ ਪਾਸੇ ਪਾਣੀ ਦੇ ਮਸਲੇ ਤੇ ਅਰਵਿੰਦ ਕੇਜਰੀਵਾਲ ਕੇ ਰਹਿ ਜਾਂਦਾ। ਗੱਲ ਹੁਣ ਫਿਰ ਲੈ ਦੇ ਕੇ, ਚਾਹੇ ਖੇਤੀ ਕਾਨੂੰਨਾਂ ਦਾ ਮਸਲਾ ਹੋਵੇ, ਉਹਦੇ ਚ ਵੀ ਸਟੇਟ ਖੇਤੀ ਕਾਨੂੰਨ ਵੀ ਸਟੇਟ ਦਾ ਸਬਜੈਕਟ ਸੀ, ਉਹ ਚ ਵੀ ਕਿਸਾਨ ਲੜਨ, ਤੇ ਬਾਕੀ ਮਸਲਿਆਂ ਚ BBMP ਦੇ ਮਸਲੇ ਚ ਕਿਸਾਨ ਲੜਨ। ਫਿਰ ਭਾਈ ਤੁਸੀਂ ਕੀ ਕਰਨਾ? ਸਿਟਕੋ ਚ ਵੀ ਕਿਸਾਨ ਲੜਨ, ਤੇ ਫਿਰ ਸਿਆਸੀ ਪਾਰਟੀਆਂ ਨੇ ਕੀ ਕਰਨਾ? ਜੇ ਕਿਸਾਨਾਂ ਤੇ ਸਾਰਾ ਕੁਝ ਸੁੱਟਦੇ ਨੇ ਅਸੀਂ, ਇਹਨਾਂ ਕੋਲ, ਇਹਦਾ ਮਤਲਬ ਇਹਨਾਂ ਕੋਲ ਕੋਈ ਨਹੀਂ, ਇਹੀ ਪ੍ਰੈਸ਼ਰ ਗਰੁੱਪ ਨੇ ਜਿਹੜੇ ਕੰਮ ਕਰ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਐਡਾ ਵੱਡਾ ਮਸਲਾ ਜਿਹੜਾ ਹੈ, ਇਹਨੂੰ ਸਿਆਸੀ ਪਾਰਟੀਆਂ ਨੂੰ ਜ਼ਰੂਰ ਕਚਹਿਰੀ 'ਚ ਖੜਾ ਕਰਨਾ ਚਾਹੀਦਾ। ਖਾਸ ਤੌਰ ਤੇ ਹਾਲ ਦੀ ਘੜੀ 10 ਮਾਰਚ ਤੱਕ ਜਿਹੜੀ ਪਾਰਟੀ ਪਾਵਰ 'ਚ ਹੈ, ਮਤਲਬ ਤੁਸੀਂ ਜੇ ਕਿਤੇ ਦੇਖਿਆ, ਮੈਨੂੰ ਯਾਦ ਕਰਾ ਦਿਓ ਵੀ ਨਵਜੋਤ ਸਿੰਘ ਸਿੱਧੂ ਬੋਲਿਆ ਹੋਵੇ, ਜੇ ਕਿਤੇ ਚਰਨਜੀਤ ਚੰਨੀਏ ਤੇ ਬੋਲਿਆ ਹੋਵੇ। ਨਹੀਂ ਬੋਲਦੇ, ਕਿਉਂ ਨਹੀਂ ਬੋਲਦੇ? ਉਹ ਦੱਸਣ ਕੀ ਕਿਹੜੀਆਂ ਕਿਹੜੀਆਂ ਕੁੰਡੀਆਂ ਨੇ? ਕੀ ਭੁਪਿੰਦਰ ਸਿੰਘ ਹਨੀ ਦੀ ਕੁੰਡੀ ਹੈ ਜਾਂ ਕੋਈ ਹੋਰ ਕੁੰਡੀ ਹੈ? ਦੱਸੋ ਤੁਸੀਂ ਸਾਨੂੰ। ਤੇ ਪੰਜਾਬ ਦੇ ਜਦੋਂ ਹੱਕ ਇੱਕ ਪਾਸੇ ਕਿੰਨੀ ਕੁ ਗੱਲ ਕੀਤੀ ਜੀ, ਜਿਹੜੇ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਆਈ ਸੀ ਜਿਹੜੀ ਪਾਰਟੀ,
ਉਹ ਕਿੰਨੇ ਕੁ ਖੁਦ ਮੁਖਤਿਆਰੀ ਦੀ ਅੱਜ ਕੱਲ੍ਹ ਗੱਲ ਕਰ ਰਹੀ ਹੈ। ਇਹ ਸਾਰੀਆਂ ਗੱਲਾਂ ਬਹੁਤ ਜ਼ਰੂਰੀ ਨੇ। ਇਦੋਂ ਤਾਂ ਵਧੀਆ ਰਿਹਾ MK ਸਟਾਲਿਨ, ਉਹਨੇ ਆਪਣੀ ਕਿਤਾਬ ਜਿੱਦੇ ਰਿਲੀਜ਼ ਕਰਨੀ ਸੀ ਉਸ ਦਿਨ ਉਸਨੇ ਸਭ ਨੂੰ ਬੁਲਾ ਕੇ ਤੇ ਗੱਲ ਕਹੀ, ਹੋ ਜਾਓ ਆਪਾਂ ਇਕੱਠੇ। ਮਮਤਾ ਬੈਨਰਜੀ ਤਿਆਰ ਹੈ, ਪਰ ਮਮਤਾ ਦੀ ਪ੍ਰੋਬਲਮ ਇੱਕ ਸੋਨੀਆ ਗਾਂਧੀ ਨਾਲ ਹੀ ਬਣਦੀ। ਤੋ ਸਾਰੀਆਂ ਉਹਨੇ 50 ਬੰਦਿਆਂ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ, ਨਹੀਂ ਤਾਂ ਸਾਡਾ ਸੰਘਾਤਮਕ ਢਾਂਚਾ ਇਹਨੇ ਖਤਮ ਕਰ ਦੇਣਾ ਭਾਰਤੀ ਜਨਤਾ ਪਾਰਟੀ ਨੇ। ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ। ਜੀ ਬਿਲਕੁਲ ਬਿਲਕੁਲ। ਭਾਵੇਂ ਕਿ ਚੰਨੀ ਸਰਕਾਰ, ਪ੍ਰੋਫੈਸਰ ਸਾਹਿਬ ਮੈਂ ਪੜ੍ਹਦਾ ਸੀ ਕਿਤੇ, ਕਹਿੰਦੇ ਕੈਬਨਿਟ ਦੀ ਇਹਨਾਂ ਨੇ ਮੀਟਿੰਗ ਸੱਦਣੀ ਹੈ ਇਹਨਾਂ ਮੁੱਦਿਆਂ ਉੱਤੇ, ਪਰ ਗੱਲ ਤਾਂ ਇਹ ਆ ਕਿ ਤੁਹਾਡੀ ਸਰਕਾਰ ਹੁਣ ਕਿੰਨੇ ਦਿਨਾਂ ਦੀ ਰਹਿ ਗਈ ਜਾਂ ਅੱਗੋਂ ਤੁਹਾਡੇ ਨਾਲ ਕੀ ਬਣਨਾ ਹੈ ਇਹਦੇ ਬਾਰੇ ਕੋਈ ਨਹੀਂ ਪਤਾ। ਤੁਹਾਡੇ ਜਿਹੜੇ ਜੇ ਕੈਬਨਿਟ ਮੀਟਿੰਗ ਸੱਦ ਵੀ ਲਈ, ਉਹ ਜਿਹੜੇ ਫੈਸਲੇ ਲਓਗੇ ਉਹਦੇ ਨਾਲ ਕੀ ਅਸਰ ਪੈਣਾ ਕੋਈ ਸ਼ਾਇਦ ਇਹਦੇ ਬਾਰੇ ਨਾ ਪਤਾ ਲੱਗੇ। ਪਰ ਸਦਨੀਆਂ ਗੱਲ 23 ਤਰੀਕ ਦੀ, ਉਦੋਂ ਬਾਅਦ ਤਾਂ ਦੂਜਾ ਸਿਟਕੋ ਦਾ ਝਟਕਾ ਆ ਗਿਆ। ਜੀ ਬਿਲਕੁਲ। 23 ਫਰਵਰੀ ਤੋਂ ਬਾਅਦ ਅੱਜ ਇਹ ਕਹਿ ਰਹੇ ਨੇ, ਜਦੋਂ ਰੌਲਾ ਪੈ ਗਿਆ, ਜਦੋਂ ਅਸੀਂ ਬੋਲਦੇ ਆ ਤੇ ਉਸ ਤੋਂ ਬਾਅਦ ਤਾਂ 2 ਝਟਕੇ ਹੋਰ ਆ ਗਏ, ਡਾਕਟਰਾਂ ਦਾ ਆ ਗਿਆ ਤੇ ਇਹ ਆ ਗਿਆ। ਤੇ ਇਹਦਾ ਮਤਲਬ ਹੌਲੀ ਹੌਲੀ ਜਦੋਂ ਚੰਡੀਗੜ੍ਹ ਤੋਂ ਤੁਹਾਡਾ ਖਤਮ ਹੋ ਜਾਊਗਾ ਕਲੇਮ, ਉਹਦੀ ਆਉਂਗੇ ਤੁਸੀਂ। ਇਹ ਵੀ ਤਾਂ ਸਵਾਲ ਹੈ ਨਾ। ਇਹ ਤਾਂ ਇਹੀ ਇਸ਼ਾਰਾ ਕਰਦਾ ਨਾ ਕਿ ਇਹਨਾਂ ਨੂੰ ਸਿਰਫ ਕੁਰਸੀ ਤੱਕ ਮਤਲਬ ਹੈ। ਜਿਵੇਂ ਮਨੀਸ਼ ਤਿਵਾੜੀ ਨੇ ਕਿਹਾ ਸੀਗਾ ਕਿ ਇਹ ਨਹੀਂ ਕਿ ਸਿਰਫ ਸਰਕਾਰ ਬਣਾਉਣ ਤੱਕ ਰੱਖੋ, ਤੁਹਾਨੂੰ ਸਿਆਸਤ ਜਿਹੜੀ ਆ ਉਹ ਕਦੇ ਵੀ ਮੁੱਕਦੀ ਨਹੀਂ ਜਦੋਂ ਮੁੱਦਿਆਂ ਦੇ ਉੱਤੇ ਆ ਕੇ ਤੁਸੀਂ ਸਟੈਂਡ ਕਰਦੇ ਹੋ। ਮੈਂ ਨਾਲੋਂ ਨਾਲ ਹੋਰ ਖਬਰਾਂ ਇਹਦੇ ਜੋੜਦਾ। ਇਹ ਖਬਰਾਂ 3 ਇਕੱਠੀਆਂ ਨੇ ਪ੍ਰੋਫੈਸਰ ਸਾਹਿਬ। ਇੱਕ ਤਾਂ ਇਹ ਬਾਰਡਰ ਤੋਂ ਪਾਰ ਕਿਸਾਨਾਂ ਦੀ ਜ਼ਮੀਨ ਹੈ, ਉਹਦਾ ਮੁਆਵਜ਼ਾ, ਉਹਨੂੰ ਲੈ ਕੇ ਵੀ ਕਿਸਾਨ ਸੜਕਾਂ ਦੇ ਉੱਤੇ। ਤੇ ਦੂਜੇ ਬੰਨੇ ਕਿਸਾਨਾਂ ਦੇ ਮੀਟਰ ਜਿਹੜੇ ਨੇ, ਉਹ ਕਹਿੰਦੇ ਚਿੱਪ ਵਾਲੇ ਮੀਟਰ ਲਾ ਦੇਣੇ ਨੇ ਮੋਟਰਾਂ ਤੇ, ਉਹਨੂੰ ਲੈ ਕੇ ਵੀ ਉਹਨਾਂ ਨੇ ਆਪਣੀ ਮੀਟਿੰਗ ਸੱਦ ਕੇ ਇਹਦੇ ਉੱਤੇ ਗੱਲਬਾਤ ਕੀਤੀ। ਤੀਜਾ ਇਹ ਕਿ ਜਿਹੜੇ ਦੁੱਧ ਦੇ ਰੇਟ ਵੱਧਦੇ ਨੇ, ਜਿਹੜੇ ਡੈਰੀ ਵਾਲੇ ਕਿਸਾਨ ਨੇ ਉਹ ਵੀ ਪਰੇਸ਼ਾਨ ਨੇ। ਇਹਦਾ ਅਸਰ ਜਿਹੜਾ ਹੈ ਸਾਰਿਆਂ ਦਾ, ਇਹ ਜ਼ਰੂਰੀ ਨਹੀਂ ਕਿ ਸਿਰਫ ਕਿਸਾਨਾਂ ਨਾਲ ਜੁੜਿਆ, ਇਹ ਆਮ ਲੋਕਾਂ ਤੱਕ ਵੀ ਜੁੜਿਆ। ਕਿਉਂਕਿ ਜੇ ਉਹਨਾਂ ਦੇ ਢਿੱਡ 'ਚ ਦਾਣਾ ਨਹੀਂ ਤੇ ਦਾਣਾ ਤੁਹਾਡੇ ਢਿੱਡ 'ਚ ਵੀ ਨਹੀਂ ਜਾਣਾ। ਜੇ ਉਹਨਾਂ ਨੂੰ ਦੁੱਧ ਮਸਲਿਆਂ ਦੇ ਉੱਤੇ, ਡੈਰੀ ਵਾਲੇ ਮਸਲਿਆਂ ਤੇ ਪਰੇਸ਼ਾਨੀ ਆ ਤੇ ਉਹ ਆਮ ਲੋਕਾਂ ਤੇ ਵੀ ਅਸਰ ਪੈਣਾ। ਬਾਕੀ ਪ੍ਰਾਈਵੇਟ ਫਰਮਾਂ ਨੇ ਤਾਂ ਆਪਣੇ ਰੇਟ ਵਧਾ ਲਏ। ਨਹੀਂ ਜੀ, ਪ੍ਰਾਈਵੇਟ ਨਹੀਂ, ਬੇਰਕਾ ਨੇ ਵੀ ਵਧਾਏ ਨੇ, ਉਹ ਤਾਂ ਪ੍ਰਾਈਵੇਟ ਨਹੀਂ ਸਭ ਨੇ, ਉਹਦੇ ਨਾਲ ਕੋਈ ਨਹੀਂ ਫਰਕ। ਗੱਲ ਤਾਂ ਜਿਹੜੀ ਦੁੱਧ ਵਾਲੀ ਵੀ ਆਪਾਂ ਕਰਦੇ ਆ, ਜਿਹੜੀ ਤੁਸੀਂ ਦੂਜੀ ਕਿਸਾਨਾਂ ਦੀ ਗੱਲ ਕੀਤੀ ਹੈ, ਮੈਨੂੰ ਤਾਂ ਇਉਂ ਲੱਗਦਾ ਹੈ ਕਿ ਸਰਕਾਰਾਂ ਦੀ ਬਜਾਏ ਹੁਣ ਇਹ ਮਸਲੇ ਕਿਸਾਨ ਯੂਨੀਅਨ ਕੋਲੋਂ ਆਇਆ ਕਰਨਗੇ ਜਾਂ ਲੜਿਆ ਉਹ ਕਰਨਗੇ। ਹੁਣ ਤੁਸੀਂ ਦੇਖੋ, ਸਾਡੇ 6 ਜ਼ਿਲ੍ਹੇ ਜਿਹੜੇ ਨੇ ਜਿਹੜੇ ਬਾਰਡਰ ਡਿਸਟ੍ਰਿਕਟ ਕਹਿੰਦੇ ਅਸੀਂ, ਅੰਮ੍ਰਿਤਸਰ ਸਾਹਿਬ ਹੈ, ਗੁਰਦਾਸਪੁਰ ਹੈ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ। ਹੁਣ ਇਹ ਜ਼ਿਲ੍ਹੇ ਨੇ, ਇਹਨਾਂ 'ਚ ਬਹਿਤਾ ਸਵਾਲ ਤਾਂ ਇਹੀ ਹੈ ਵੀ ਜੇ ਇਹਨਾਂ ਜ਼ਿਲ੍ਹਿਆਂ 'ਚ ਨਹੀਂ ਰੋਕੋਗੇ ਤਾਂ ਤੁਸੀਂ 50 ਕਿਲੋਮੀਟਰ ਦੇ BSF ਤੋਂ ਕਰਾਉਣਾ ਕੀ ਹੈ। ਇਸੇ ਕਰਕੇ ਅਸੀਂ ਉਦੋਂ ਕਹਿੰਦੇ ਸੀ ਚਲੋ ਕੰਡਿਆਲੀ ਤਾਰ ਲਾਤੀ ਇੱਥੇ, ਅੱਗੇ BSF ਹੈ, ਪਿੱਛੇ ਤਾਰ ਦੇ ਨਾਲ BSF ਜਿਹੜੀ ਹੈ ਉਹ ਕਰਦੀ ਹੈ ਗਸ਼ਤ, ਤਾਂ ਕਿ ਉਧਰੋਂ ਕੋਈ ਨਾ ਆਵੇ, ਨਾ ਹਥਿਆਰ ਆਵੇ, ਨਾ ਕੋਈ ਨਸ਼ਾ ਆਵੇ। ਇਹ ਹੈ ਮਸਲਾ। ਹੁਣ ਗੱਲ ਇਹ ਹੈ ਕਿ ਉਹ ਜ਼ਮੀਨ ਤਾਂ ਜਿਹੜੀ ਹੈ ਕਿਸਾਨਾਂ ਦੀ ਹੈ। ਹੁਣ ਇਹ ਦੇਖੋ, ਜਿਹੜੀ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਹੈ ਉਹ 21,300 ਏਕੜ ਹੈ। 21,300 ਏਕੜ, ਜਿਹੜੀ ਚਲੋ ਆਪਾਂ ਰਾਉਂਡ ਫਿਗਰ 21,000 ਤੋਂ ਵੱਧ ਏਕੜ ਜ਼ਮੀਨ ਆ। ਉਹ ਜ਼ਮੀਨ ਤੇ ਗਸ਼ਤ ਵੀ ਹੁੰਦੀ ਹੈ, ਉੱਥੇ ਤਾਰਾਂ ਵੀ ਲੱਗੀਆਂ, ਜ਼ਮੀਨ ਕਿਸਾਨਾਂ ਦੀ ਹੈ ਨਾ। ਦੂਜੀ ਗੱਲ, ਉਹ BSF, ਹੁਣ ਤੱਕ ਫਿਲਮ ਵੀ ਬਣੀ ਸੀ, BSF ਵਾਲਿਆਂ ਨੂੰ ਲੈ ਕੇ ਉੱਥੇ ਜਾਣਾ ਪੈਂਦਾ ਉਹਨਾਂ ਦੀ ਆਗਿਆ ਨਾਲ ਜ਼ਮੀਨ ਤੇ ਕੰਮ ਕਰਨ ਲਈ, ਫਸਲਾਂ ਬੀਜਣ ਲਈ, ਵੱਢਣ ਲਈ। ਹੁਣ ਉੱਥੇ ਹੋਇਆ ਕੀ ਹੈ ਕਿ ਕਿਸਾਨਾਂ ਨੇ ਜਦੋਂ ਰੌਲਾ ਪਾਇਆ, ਇਹਨਾਂ ਨੇ ਕੁਛ ਨਹੀਂ ਦਿੱਤਾ। ਫਿਰ ਹਾਈ ਕੋਰਟ 'ਚ ਗਏ ਸੀ ਕਿਸਾਨ। ਉੱਥੇ ਇੱਕ ਯੂਨੀਅਨ ਬਣੀ ਹੋਈ ਹੈ, ਬਾਰਡਰ ਏਰੀਆ ਕਿਸਾਨ ਯੂਨੀਅਨ। ਉਹ ਇਹ ਗਏ ਸੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ 2014 'ਚ ਡਿਸੀਜਨ ਦੇਤਾ ਸੀ ਔਰ ਇਹ ਮੰਨ ਲਿਆ ਸੀ ਵੀ ਇਹ ਕਿਸਾਨ ਜਿਹੜੇ ਨੇ, ਇਹਨਾਂ ਦਾ ਨੁਕਸਾਨ ਹੁੰਦਾ ਹੈ BSF ਕਰਕੇ ਜਾਂ ਬਾਰਡਰ ਵਾਲੀ ਜ਼ਮੀਨ ਹੋਣ ਕਰਕੇ, ਇਹਨਾਂ ਨੂੰ ਕੰਪਨਸੇਟ ਕਰੋ। ਤੇ ਕੰਪਨਸੇਸ਼ਨ ਉਹਨਾਂ ਨੇ ਦਿੱਤਾ ਕਿ 10,000 ਰੁਪਏ ਏਕੜ ਦੇ ਹਿਸਾਬ ਨਾਲ ਜਿਹਦੀ ਜਿੰਨੀ ਜ਼ਮੀਨ ਹੈ ਉਹਨੂੰ ਮੁਆਵਜ਼ਾ ਦਿੰਦੇ ਰਹੋ। ਇਹ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ। 14 'ਚ ਮਿਲਿਆ, 15, 16, 17 ਜਾਨੀ 3-4 ਸਾਲ ਇਹ ਮੁਆਵਜ਼ਾ ਮਿਲਿਆ। ਉਸ ਤੋਂ ਬਾਅਦ 15 'ਚ ਉਹਨਾਂ ਨੇ ਇੱਕ ਟ੍ਰਿਬਿਊਨਲ ਬਣਾਤਾ, ਸਪੈਸ਼ਲ ਟ੍ਰਿਬਿਊਨਲ ਇਹਦੇ ਨਾਂ ਤੇ। ਲੋਕਾਂ ਨੇ ਕਲੇਮ ਸਭ ਕੁਝ ਦੇਤਾ।
ਲੇਕਿਨ ਹਾਲੇ ਤੱਕ ਉਹਦਾ ਕੋਈ ਅਸਰ ਨਹੀਂ, ਕੋਈ ਰਿਪੋਰਟ ਨਹੀਂ। ਲੇਕਿਨ ਜਿਹੜਾ ਮੁਆਵਜ਼ਾ ਦੇਣਾ ਸੀ ਉਹ ਦੋਨਾਂ ਨੂੰ ਕਿਹਾ ਜੀ ਕਿ ਅੱਧਾ ਦਿਓ, ਅੱਧਾ ਦੇਣਾ ਹੈ ਕੇਂਦਰ ਨੇ, ਅੱਧਾ ਦੇਣਾ ਪੰਜਾਬ ਨੇ। ਤੇ ਹੁਣ 100 ਕਰੋੜ ਤੋਂ ਵੱਧ ਹੋ ਗਿਆ, ਕੋਈ ਦੇ ਹੀ ਨਹੀਂ ਰਿਹਾ। ਹੁਣ ਬਾਰਡਰ ਏਰੀਆ ਕਿਸਾਨ ਯੂਨੀਅਨ ਕਹਿੰਦੀ ਹੈ ਵੀ ਦੱਸੋ ਸਾਡਾ ਕੀ ਕਸੂਰ ਹੈ, ਸਾਡੇ ਤਾਂ ਹੋਰ ਪੈਸੇ ਵੀ ਖੜੇ ਨੇ, ਜਿੱਥੇ ਇਹਨਾਂ ਨੇ ਤਾਰਾਂ ਲਾਈਆਂ ਨੇ ਉਹ ਵੀ ਜ਼ਮੀਨ ਸਾਡੀ ਆ, ਉਹਦਾ ਵੀ ਕੰਪਨਸੇਸ਼ਨ ਲੈਣਾ ਸੀ, ਤਾਂ ਜਿਹੜਾ ਉਜਾੜਾ ਕੀਤਾ ਉਹਦਾ ਵੀ ਲੈਣਾ। ਤੇ ਲੇਕਿਨ ਇਹ ਜਿਹੜਾ ਮੁਆਵਜ਼ਾ ਕੋਰਟ ਕਹਿ ਰਹੀ ਉਹ ਵੀ ਨਹੀਂ ਮਿਲ ਰਿਹਾ, ਤੇ ਸਰਕਾਰਾਂ ਕਿੱਥੇ ਨਹੀਂ ਸਾਡੀਆਂ? ਸਰਕਾਰਾਂ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ? ਜਦੋਂ 5 ਜਨਵਰੀ ਨੂੰ ਮੋਦੀ ਸਾਹਿਬ ਨੇ ਆਉਣਾ ਸੀ ਉਦੋਂ ਕਹਿੰਦੇ ਸੀ ਸ਼ਾਇਦ ਬਾਰਡਰ ਏਰੀਆ ਨੂੰ ਕੁਝ ਦੇਣਾ, ਪਰ ਹਾਲ ਦੀ ਘੜੀ ਤਾਂ ਇਹ ਹੈ। ਤੇ ਹੁਣ ਕਿਸਾਨ ਕਹਿੰਦੇ ਨੇ, ਫਿਰ ਆ ਗਈ ਕਿਸਾਨ ਯੂਨੀਅਨ ਕਹਿੰਦੀਆਂ ਨੇ ਕਿ ਅਸੀਂ ਚੱਕਾਂਗੇ ਕੇਸ। ਇਹਦਾ ਮਤਲਬ ਸਰਕਾਰ ਕਿੱਥੇ ਹੈ ਸਾਡੀ? ਸਰਕਾਰ ਨੂੰ ਫਿਰ ਅਸੀਂ ਕਚਹਿਰੀ 'ਚ ਖੜਾ ਕਰਦੇ ਆ। ਇਹਦਾ ਡਿਊਟੀ ਉਹਨਾਂ ਦੀ ਬਣਦੀ ਸੀ। 16,000 ਪਰਿਵਾਰ ਨੇ ਜੀ ਜਿਹੜੇ ਇਹਦੇ ਨਾਲ ਜੁੜੇ ਨੇ, ਕੋਈ ਥੋੜਾ ਮੋਟੀ ਗੱਲ ਨਹੀਂ ਹੈ ਜਿਹੜੀ ਇਹਨਾਂ ਨੇ, ਇਹ ਤਾਂ ਹੈ ਇਹ ਮਸਲਾ। ਤੇ ਜਿਹੜਾ ਬੜੀ ਜਲਦੀ, ਕਿਉਂਕਿ ਕੋਰਟ ਵੱਲੋਂ ਵੀ ਕਿਹਾ ਗਿਆ, ਘੱਟੋ ਘੱਟ ਚਲੋ ਮੰਨ ਲਓ ਵੀ ਕੇਂਦਰ ਤਾਂ ਦੇਵੇ, ਜੇ ਜਿਹੜਾ ਕਹਿੰਦਾ ਸੀ ਕਿਸਾਨਾਂ ਦੇ ਹੱਕ 'ਚ ਹੈ। ਮੋਦੀ ਸਾਹਿਬ ਤਾਂ ਇਹ ਕਹਿੰਦੇ ਨੇ, ਜਾਂ ਇਹਨਾਂ ਦੇ ਸਾਰੇ ਜਿਹੜੇ ਲੀਡਰ ਇੱਥੇ ਬਿਠਾਏ ਹੋਏ ਨੇ ਸਾਰੇ ਕਹਿੰਦੇ ਨੇ ਬੀਜੇਪੀ ਦੇ ਕਿ ਮੋਦੀ ਸਾਹਿਬ ਤਾਂ ਬਹੁਤ ਪਿਆਰ ਕਰਦੇ ਨੇ ਪੰਜਾਬ ਤੇ ਕਿਸਾਨਾਂ ਨੂੰ, ਉਹਨਾਂ ਦਾ ਦਿਓ ਕੁਛ ਜਿਹੜਾ ਉਹਨਾਂ ਦਾ ਡਿਊ ਬਣਦਾ, ਬਾਕੀ ਨਾ ਦਿਓ। ਔਰ ਪੰਜਾਬ ਕਾਂਗਰਸ ਸਭ ਨੂੰ ਦੇਤਾ ਵੋਟਾਂ ਦੇ ਟਾਈਮ, ਫ੍ਰੀ ਦੇਣ ਤੇ ਜ਼ੋਰ ਦਿੰਦੇ ਰਹੇ, ਜਿਹੜਾ ਉਹਨਾਂ ਦਾ ਹੱਕ ਦਿੱਤਾ ਨਹੀਂ। ਹੁਣ ਆ ਜੋ ਦੂਜੇ ਪਾਸੇ, ਮੈਂ ਪਿਛਲੇ ਦਿਨੀ ਕਿਹਾ ਇੱਕ ਆਪਣੇ ਪ੍ਰੋਗਰਾਮ 'ਚ ਕਿ 2-2 ਰੁਪਏ ਦੁੱਧ ਮਹਿੰਗਾ ਕਰਤਾ, ਮੋਲੇ ਕਰਤਾ, ਵੇਰਕਾ ਨੇ ਕਰਤਾ, ਅੱਜ ਮਦਰ ਡੈਰੀ ਨੇ ਕਰਤਾ। ਹੁਣ ਜਿਹੜਾ ਵੀ ਇਹ ਲੋਕਾਂ 'ਚ ਮਹਿੰਗਾਈ ਹੈ, ਬੜਾ ਰਿਐਕਸ਼ਨ ਹੋਇਆ। ਮੈਨੂੰ ਫੋਨ ਆਏ ਜੀ ਸਾਡੀ ਗੱਲ ਨਹੀਂ ਤੁਸੀਂ ਕੀਤੀ। ਮੈਂ ਕਿਹਾ ਵੀ ਗੱਲ ਤਾਂ ਤੁਹਾਡੀ ਠੀਕ ਹੈ, ਕਰਨੀ ਬਣਦੀ ਹੈ। ਮੈਂ ਤਾਂ ਗੱਲ ਤੁਹਾਡੀ ਇਕੱਲਿਆਂ ਦੀ ਨਹੀਂ ਕਿ ਮੈਂ ਦੋਜੀਆਂ ਦੀ ਜਾਂ ਡੈਰੀ ਮਾਲਕਾਂ ਦੀ ਗੱਲ ਕਰਾਂ, ਦੁੱਧ ਉਤਪਾਦਕਾਂ ਦੀ ਗੱਲ ਕਰਾਂ। ਮੈਂ ਤਾਂ ਇਹ ਕਹਿਣਾ ਕਿ ਪੰਜਾਬ 'ਚ ਦੁੱਧ ਆਉਂਦਾ ਕਿੱਥੋਂ, ਇਹ ਵੀ ਤਾਂ ਦੱਸ ਦਿਓ ਸਾਨੂੰ। ਸਰਕਾਰ ਕਿਉਂ ਨਹੀਂ ਦੱਸਦੀ ਸਾਨੂੰ? ਸਾਡੇ ਟੋਟਲ ਜਿਹੜਾ ਦੁੱਧ ਜਿਹੜੀ ਪ੍ਰੋਡਕਸ਼ਨ ਹੈ, ਜਿੰਨੀਆਂ ਮੱਝਾਂ ਗਾਵਾਂ ਨੇ, ਉਹ ਤੋਂ ਨਾਲੋਂ ਜਿਹੜਾ 60% ਵੱਧ ਆਉਣਾ ਉਹ ਕਿੱਥੋਂ ਆ ਰਿਹਾ ਹੈ? ਕਦੇ ਸੋਚਿਆ? ਜੇ ਅਸੀਂ ਕਹੀਏ ਜੀ ਦੀਵਾਲੀ ਨੂੰ ਤੁਸੀਂ ਮਠਿਆਈ ਖੋਏ ਵਾਲੀ ਸੋਚ ਕੇ ਖਾਓ, ਵਿਆਹ 'ਚ ਪਨੀਰ ਸੋਚ ਕੇ ਖਾਓ, ਕਿਉਂ ਸੋਚ ਕੇ ਖਾਓ? ਤੁਹਾਨੂੰ ਕੀ ਪਤਾ ਕਿਹੜੇ ਦੁੱਧ ਦਾ ਇਹ ਕਿੱਥੋਂ ਆਉਂਦਾ ਹੈ? ਦੁੱਧ ਦੀ ਪ੍ਰੋਡਕਸ਼ਨ ਘੱਟ ਹੈ, ਦੁੱਧ ਦੀ ਕਮੀ ਪੂਰੀ ਹੋ ਰਹੀ ਹੈ, ਤੇ ਦੁੱਧ ਚੋਇਆ ਘੱਟ ਜਾਂਦਾ, ਦੁੱਧ ਬਣਦਾ ਜ਼ਿਆਦਾ ਹੈ। ਇੱਥੇ ਦੁੱਧ ਬਣਾਉਣ ਵਾਲੇ ਜ਼ਿਆਦਾ ਆ ਗਏ। ਤੇ ਜਿਹੜੇ ਬੰਦੇ ਦੁੱਧ ਤਿਆਰ ਕਰ ਰਹੇ, ਡੈਰੀ ਵਾਲੇ ਨੇ, ਦੋਜੀ ਨੇ, ਕਿਸਾਨ ਨੇ, ਜਿਹੜੇ ਜਿਨ੍ਹਾਂ ਦਾ ਕੰਮ ਹੈ, ਉਹ ਕੀ ਕਰਨ? ਉਹਨਾਂ ਦਾ ਹਾਲ ਦੇਖ ਲਓ। ਦੁੱਧ ਦੀਆਂ ਕੀਮਤਾਂ ਹਾਲ ਇਸ ਕਰਕੇ ਉਹਨਾਂ ਦਾ ਹੈ। ਮੈਂ ਤਾਂ ਹੁਣ ਬਹੁਤ ਜਲਦੀ ਬਹੁਤ ਮਹਿੰਗਾਈ ਵਧੂਗੀ ਯੂਕਰੇਨ ਦੇ ਕਾਰਨ। ਕੱਲਾ ਡੀਜ਼ਲ ਨਹੀਂ, ਜੇ ਡੀਜ਼ਲ ਵਧੂ ਨਾਲ ਸਾਰੀਆਂ ਚੀਜ਼ਾਂ ਬਦਲ ਗਈਆਂ। ਹੁਣ ਕੀ ਹੈ, ਪਸ਼ੂਆਂ ਦਾ ਚਾਰਾ ਹੈ, ਉਹ 'ਚ ਵੱਡਾ ਇਸ਼ਾਲ ਆ ਗਿਆ। ਤੁਸੀਂ ਮੈਂ ਦੇਖ ਰਿਹਾ ਸੀ ਤੂੜੀ ਹੁੰਦੀ ਹੈ, ਤੂੜੀ ਦਾ ਰੇਟ ਪਹਿਲਾਂ ਤੂੜੀ ਦੀ ਸ਼ਾਰਟੇਜ ਆ ਗਈ, ਕਦੇ ਸੁਣਿਆ ਨਹੀਂ ਸੀ। ਤੂੜੀ ਦੀ ਸ਼ਾਰਟੇਜ 300-400 ਨੂੰ ਆ ਜਾਂਦੀ ਸੀ ਪੰਡ, ਹੁਣ 1000-1200 ਤੇ ਚਲੀ ਗਈ। 3 ਗੁਣਾ ਵੱਧ ਗਈ ਤੂੜੀ। 3 ਗੁਣਾ ਦੁੱਧ ਵਧਿਆ ਤਾਂ ਦੱਸ ਦਿਓ। ਫੇਰ ਆਪਾਂ ਕੀ ਪਾਉਣੇ ਆ ਦੁੱਧ ਨੂੰ? ਬੜੇਵੇਂ ਪਾਉਣੇ ਆ, ਖਲ ਪਾਉਣੇ ਆ। ਬੜੇਵੇਂ ਭਾਈ ਸਾਹਿਬ 4200 ਰੁਪਏ ਹੋ ਗਏ ਕੁਆਂਟਲ। ਬੜੇਵੇਂ ਨਾਲ ਆਪਣੇ ਤਾਂ ਲੋਕ ਖਾਣ ਵੀ ਹੈ, ਕੁੰਡੀਆਂ ਦੇ ਸਿੰਘ ਫਸ ਗਏ। ਕੋਈ ਜਿੱਤਰੂ ਬੜੇਵੇਂ ਖਾਣੀ, ਤੇ ਬੜੇਵੇਂ ਖਾਓਗੇ ਤਾਂ ਦੁੱਧ ਜ਼ਿਆਦਾ ਹੋਊਗਾ ਜਾਂ ਫੈਟ ਜ਼ਿਆਦਾ ਹੋਊਗੀ। ਖਲ ਉਹ ਨਹੀਂ ਪਾ ਸਕਦੇ। 2000 ਰੁਪਏ ਤੋਂ ਉੱਤੇ ਹੋਊਗੀ। ਜਿਹੜੀ ਸਰੋਂ ਦੀ ਖਲ ਹੈ ਨਾ, ਇਹ 2500 ਹੈ। ਇਹਨਾਂ ਦਿਨਾਂ 'ਚ ਪਾਲੋ, ਕਿੱਥੋਂ ਪਾਲੋਗੇ? ਜੇ ਨਹੀਂ ਪਾਉਂਦੇ ਫੈਟ ਨਹੀਂ। ਐਂ ਮੱਕੀ ਹੈ, ਮੱਕੀ 1200-1400 ਸੀ ਪਹਿਲਾਂ ਮੱਕੀ ਦੀ, ਹੁਣ 2500 ਤੇ ਚਲੀ ਗਈ। ਫਿਰ ਦਵਾਈਆਂ ਮਹਿੰਗੀਆਂ, ਸਾਰੀਆਂ ਦਵਾਈਆਂ ਦਾ ਹਾਲ ਇਹ ਹੈ, ਉੱਥੇ ਕੁਛ ਨਹੀਂ ਕਰ ਸਕਦੇ ਅਸੀਂ। ਤਾਂ ਕੋਈ ਚੀਜ਼ ਤਾਂ ਹੋਵੇ। ਫਿਰ ਮੈਨੂੰ ਇਹ ਦੱਸੋ, ਉਹਨਾਂ ਦਾ ਕੇਸ ਬਣਦਾ, ਜਸਟੀਫਾਈ ਹੁੰਦਾ ਕਿ ਨਹੀਂ ਹੁੰਦਾ? ਹੁਣ ਜੇ ਦੁੱਧ ਵਧਾਉਣੇ ਆ, ਗਰੀਬ ਕਿੱਥੇ ਜਾਣ?
ਜੇ ਨਹੀਂ ਵਧਾਉਂਦੇ ਦੂਜੀ ਕਿੱਥੇ ਜਾਣ? ਜੀ। ਇਹਦਾ ਕਾਰਨ ਕਿਉਂਕਿ ਉਹਨਾਂ ਨੇ ਤਾਂ ਮਹਿੰਗਾਈ ਵਧਾਈ ਨਹੀਂ। ਦੋ ਹੀ ਗੱਲਾਂ ਨੇ, ਜਾਂ ਤਾਂ ਦੂਜਿਆਂ ਨੂੰ ਦਿਓ ਸਬਸਿਡੀ, ਜੇ ਤੁਸੀਂ ਉਹਨਾਂ ਨੂੰ ਰੱਖਣਾ ਨਹੀਂ ਲੋਕ ਡੇਅਰੀਆਂ ਬੰਦ ਕਰ ਜਾਣਗੇ। ਕਰਨ ਕੀ, ਲੋਕਾਂ ਨੂੰ ਕੰਮ ਨਹੀਂ ਨਾ ਹੈ, ਜਾਂ ਫਿਰ ਰੇਟ ਉੱਡੇ ਹੋ ਜਾਣਗੇ, ਆਮ ਬੰਦੇ ਦੀ ਰੀਤ ਚੋਂ ਦੁੱਧ ਵੀ ਬਾਹਰ ਹੋ ਜਾਊਗਾ। ਤਾਂ ਸਰਕਾਰਾਂ ਨੂੰ ਇਸ ਮਾਮਲੇ ਦੇ ਵੱਲ ਨਹੀਂ ਧਿਆਨ ਦੇ ਰਹੇ। ਫਿਰ ਇਹ ਨਹੀਂ ਧਿਆਨ ਦੇ ਰਹੇ, ਫਿਰ ਕਿਸਾਨ ਆ ਜਾਣਗੇ, ਕਿਉਂਕਿ ਰੈਗੂਲਰ ਇਨਕਮ ਲਈ ਕਿਸਾਨ ਕੋਲ, ਛੋਟੇ ਕਿਸਾਨ ਕੋਲ ਤਾਂ ਇਹੀ ਜ਼ਰੀਆ ਹੈ, ਦੁੱਧ ਹੀ ਹੈ। ਠੀਕ ਹੈ ਵੀ ਜੇ ਸਾਨੂੰ ਥੋੜੀ ਬਹੁਤੀ ਰੈਗੂਲਰ ਇਨਕਮ, ਤੇ ਫਿਰ ਇਹਦਾ ਮਤਲਬ ਹਾਲੇ ਤੱਕ ਆਪਾਂ 2-3 ਮਸਲੇ ਡਿਸਕਸ ਕੀਤੇ ਨੇ, ਤਿੰਨਾਂ ਚ ਕਿਸਾਨ, ਫਿਰ ਕਿਸਾਨ ਖੇਤੀ ਨਾ ਕਰਨ, ਧਰਨੇ ਲਾਉਣਾ, ਬਸ ਉਹਨਾਂ ਦਾ ਕੰਮ ਹੀ ਧਰਨੇ ਲਾਉਣਾ ਹੋ ਗਿਆ। ਫਿਰ ਇਹ ਮਸਲਾ ਕੋਈ ਹੋਰ ਮਸਲੇ ਦੀ ਗੱਲ ਹੀ ਨਹੀਂ ਕਰਦਾ, ਸਾਰੇ ਕਿਸਾਨਾਂ ਨੂੰ ਦੇ ਦਿਓ। ਕਿਸਾਨ ਮਤਲਬ ਉਹਨਾਂ ਨੂੰ ਆਰਾਮ ਕਰਨ ਦੀ ਨਹੀਂ ਹੈ। ਪਹਿਲਾਂ ਉੱਥੇ ਦਿੱਲੀ 'ਚ ਬੈਠੇ ਰਹੇ, ਹੁਣ BBME ਤੇ ਬੈਠ ਜਾਣ, ਫਿਰ ਕਿਸਾਨਾਂ ਤੇ ਬੈਠ ਜਾਣ, ਫਿਰ ਕੜਿਆਲੀ ਤਾਰ ਤੋਂ ਪਾਰ ਵਾਲੇ ਤੇ ਬੈਠ ਜਾਣ। ਫਿਰ ਸਰਕਾਰਾਂ ਕੀ ਕਰਦੀਆਂ ਜੀ? ਉਹ ਕੁਰਸੀ ਤੇ ਬੈਠ ਕੇ ਆਨੰਦ ਲੈਣ, ਫਿਰ ਬਾਅਦ ਨੋਟ ਗਿਣਨ, ਹੋਰ ਤਾਂ ਕੁਝ ਨਜ਼ਰ ਨਹੀਂ ਆਉਂਦਾ। ਬਿਲਕੁਲ ਜੀ, ਬਿਲਕੁਲ। ਜਿੱਥੇ ਮੈਂ ਇੱਕ ਸਵਾਲ ਚਿੱਪ ਵਾਲਾ ਕੀਤਾ ਸੀ, ਕਹਿੰਦੇ ਚਿੱਪ ਵਾਲੇ ਮੀਟਰ ਲਾ ਦੇਣੇ, ਬਿਜਲੀ ਐਕਟ ਨੂੰ ਲੈ ਕੇ ਵੀ ਕਾਫੀ ਉੱਤੇ ਕਿਸਾਨੀ ਅੰਦੋਲਨ 'ਚ ਕੇਂਦਰ ਨਾਲ ਰੌਲਾ ਪੈਂਦਾ ਰਿਹਾ। ਇਹ ਕਈ ਵਾਰੀ ਉੱਠੀ ਹੈ ਗੱਲ ਚਿੱਪ ਵਾਲੀ, ਇਹ ਪਹਿਲੀ ਵਾਰ ਤਾਂ ਉੱਠੀ ਨਹੀਂ ਹੈ। ਜਦੋਂ ਅਸੀਂ ਬਿੱਲ ਲਾਉਣੇ ਕਿੱਥੇ ਨੇ, ਚਿੱਪ ਵਾਲੇ ਮੋਟਰਾਂ ਦੀ ਤਾਂ ਬਿਜਲੀ ਫ੍ਰੀ ਦੀ ਗੱਲ ਹੈ। ਇੱਕ ਪਾਸੇ ਕਹਿੰਦੇ ਅਸੀਂ ਮੋਟਰ ਤੇ ਜਿਹੜੀ ਬਿਜਲੀ ਹੈ ਉਹ ਮੁਫਤ ਹੈ, ਤੇ ਜੇ ਤੁਸੀਂ ਘਰਾਂ 'ਚ ਪਹਿਲਾਂ ਵੀ ਤਾਂ ਸਾਰੇ ਬਦਲੇ ਹੋਏ ਨੇ ਮੀਟਰ। ਇਹ ਜਿਹੜੀਆਂ ਸਰਕਾਰਾਂ ਨੇ, ਇਹੀ ਤਾਂ ਮੈਂ ਕਹਿਣਾ, ਇਹਨਾਂ ਨੇ ਲਿਆਉਣਾ ਹੁੰਦਾ, ਇਹ ਲੋਕਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੀਆਂ ਨੇ, ਕੋਈ ਨਾ ਕੋਈ ਸੋਚਾ ਛੱਡ ਕੇ। ਹੁਣ ਆਪਾਂ ਗੱਲ ਹੀ ਕੀਤੀ ਉਹਦੇ 'ਚ, ਚੰਡੀਗੜ੍ਹ ਦਾ ਮਤਾ, ਚੰਡੀਗੜ੍ਹ 6-7 ਲੱਖ 'ਚ ਕਦੇ ਰਾਜ ਸਭਾ ਦੀ ਸੀਟ ਬਣੀ ਹੈ, ਉਹ ਰਾਜ ਸਭਾ ਦੀ ਸੀਟ ਬਣਾਉਣ ਨੂੰ ਫਿਰਦੇ ਨੇ ਜੀ। ਆਮ ਆਦਮੀ ਪਾਰਟੀ ਵੀ ਵਿੱਚ ਆ, ਕਹਿੰਦੀ ਚੰਡੀਗੜ੍ਹ ਦੇ ਰਾਜ ਸਭਾ ਦੇ ਇੱਕ ਮੈਂਬਰ ਵੱਖਰਾ ਆਉਣਾ ਚਾਹੀਦਾ, ਤੇ ਇੱਧਰ ਮਤਲਬ ਤੁਸੀਂ ਇੱਕ ਅਕਾਲੀ ਮੈਂਬਰ ਇੱਕ ਵੀ ਬੋਲਿਆ, ਜਿਹੜੀ ਬਾਕੀ ਕਿਸਮ ਦੀ ਸਰਬਸੰਮਤੀ ਹੋ ਗਈ। ਤੇ ਜਾ ਕਿੱਧਰ ਰਿਹਾ? ਸੀਟ ਰਾਜ ਸਭਾ ਦੀ ਬਣੇ ਨਾ ਬਣੇ, ਉਹ ਸਾਨੂੰ ਤਾਂ ਗੁੰਮਰਾਹ ਕਰ ਰਹੇ ਨੇ। ਸਾਡੀਆਂ ਖਬਰਾਂ, ਸਾਡਾ એનર્ਜੀ, ਹੁਣ ਤੁਹਾਡੇ ਨਾਲ ਜੇ ਮੈਂ ਗੱਲ ਕਰ ਰਿਹਾ ਚਿੱਪ ਦੀ, ਤਾਂ ਸਾਡੀ ਤਾਂ એનર્ਜੀ ਉੱਧਰ ਲਾਤੀ, ਜਿਹੜੀ ਅਸੀਂ ਇਹਨਾਂ ਤੇ ਲਾਉਣੀ ਸੀ ਵੀ ਤੁਸੀਂ ਕਿੱਥੇ ਗਏ ਹੋ, ਕੰਮ ਨਹੀਂ ਕੀਤਾ ਤੁਸੀਂ। ਬਾਅਦ ਦੇ ਵਿੱਚ ਫਿਰ ਇਹ ਕਹਿੰਦੇ ਨੇ ਕਿ ਕਿਸਾਨ ਜੀ ਸਿਆਸਤ ਕਰਦੇ ਨੇ, ਉਹ ਸਿਆਸਤ ਚਾਹੁੰਦੇ ਨੇ, ਪਰ ਇੱਕ ਗੱਲ ਤਾਂ ਸਾਫ਼ ਦਿਖਦੀ ਹੈ ਨਾ ਕਿ ਕਿਸਾਨਾਂ ਨੂੰ ਵੀ ਦਿਖਦਾ ਕਿ ਜੇ ਇਹਨਾਂ ਨੇ ਸਿਆਸਤਦਾਨਾਂ ਨੇ ਉਸ ਤਰੀਕੇ ਦੀ ਸਿਆਸਤ ਨਹੀਂ ਕਰਨੀ ਜਿਹਦੇ ਨਾਲ ਪੰਜਾਬ ਦਾ, ਪੰਜਾਬੀਆਂ ਦਾ, ਲੋਕਾਂ ਦਾ ਭਲਾ ਹੋਵੇ, ਤਾਂ ਫਿਰ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਮਜਬੂਰਨ ਆਉਣਾ ਪੈਂਦਾ। ਕਦੋਂ ਤੱਕ ਧਰਨੇ ਲਾਉਂਦੇ ਰਹਿਣਗੇ? ਬਜਾਏ ਇਸਦੇ ਪ੍ਰੋਫੈਸਰ ਸਾਹਿਬ, ਇਹ ਵੀ ਮੈਨੂੰ ਲੱਗਦਾ ਹੈ ਕਿ ਇਸ਼ਾਰਾ ਸਮਾਂ ਇਹ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨੇ ਵੀ, ਜਿਹੜੇ ਮਤਲਬ ਕਿ ਧਰਨੇ ਲਾਉਂਦੇ ਨੇ, ਕਦੋਂ ਤੱਕ ਲਾਉਣਗੇ? ਉਹਨਾਂ ਨੇ ਵੀ ਫਿਰ ਬਹਿ ਜਾਣਾ, ਤੇ ਫਿਰ ਜਿਹੜੇ ਆਮ ਲੋਕ ਨੇ ਫਿਰ ਉਹ ਪਿਸਦੇ ਰਹਿਣਗੇ, ਚੁੱਪ ਕਰਕੇ ਬੈਠੇ ਰਹਿਣਗੇ ਆਪਣੇ ਘਰਾਂ 'ਚ। ਅੱਜ ਨਾ ਸਾਥ ਦਿੱਤਾ ਇਹਨਾਂ ਦਾ, ਅੱਜ ਨਾ ਇਹਨਾਂ ਦੇ ਨਾਲ ਖੜੇ ਇਹਨਾਂ ਮੁੱਦਿਆਂ ਦੇ ਉੱਤੇ ਜੇ ਲੱਗਿਆ ਕਿ ਕੀ ਲੈਣਾ ਚੰਡੀਗੜ੍ਹ ਤੋਂ, ਕੀ ਲੈਣਾ ਅਸੀਂ ਦੋਧੀਆਂ ਤੋਂ, ਕੀ ਲੈਣਾ ਅਸੀਂ ਬਾਕੀ ਮਸਲਿਆਂ ਤੋਂ, ਤਾਂ ਫਿਰ ਹੌਲੀ ਹੌਲੀ ਤੇਲ ਦਾ ਰੇਟ ਤੁਹਾਨੂੰ ਪਤਾ ਹੀ ਹੈ, ਪੈਟਰੋਲ, ਇਹ ਕਦੇ ਵੀ ਨਹੀਂ ਹੁੰਦਾ। ਲੋਕ ਉੱਠਣਗੇ, ਲੋਕ ਅੱਗੇ ਨਾਲੋਂ ਜ਼ਿਆਦਾ ਅਵੇਅਰ ਨੇ। ਮੈਂ ਬਹੁਤ ਵਾਰ ਕਿਹਾ, 2 ਯੂਨੀਵਰਸਿਟੀਆਂ ਨੇ, ਇੱਕ ਸਿੰਘੂ ਤੇ ਇੱਕ ਟਿਕਰੀ ਨੇ, ਲੋਕਾਂ ਨੂੰ ਬਹੁਤ ਅਵੇਅਰ ਕਰਤਾ। ਹੁਣ ਸਰਕਾਰਾਂ ਨੂੰ ਸੋਚਣਾ ਪਊ, ਹੁਣ ਸਿਆਸੀ ਜਮਾਤਾਂ ਨੂੰ ਸੋਚਣਾ ਪਊ, ਸਿਆਸੀ ਲੀਡਰਾਂ ਨੂੰ ਸੋਚਣਾ ਪਊ ਵੀ ਹੁਣ ਹਾਰ ਨਹੀਂ ਪੈਣੇ ਸਾਡੇ ਜਾਂਦਿਆਂ ਦੇ। ਮੈਂ ਤਾਂ ਉਹ ਵੀ ਦਿਨ ਦੇਖੇ ਨੇ ਜਦੋਂ ਬੰਦਾ ਇਲੈਕਸ਼ਨ 'ਚ ਲੜਦਾ ਸੀ, ਹਾਰ ਵੀ ਪਾਉਂਦੇ ਸੀ ਤੇ ਲਿਫਾਫਾ ਵੀ ਦਿੰਦੇ ਸੀ। ਹੁਣ ਲਿਫਾਫੇ ਦੇਣੇ ਬੰਦ ਹੋ ਗਏ, ਹੁਣ ਉਲਟ ਹੋਇਆ। ਹੁਣ ਤਾਂ ਲੋਕਾਂ ਨੇ ਪੈਸੇ ਲੈ ਕੇ ਵੀ ਨਹੀਂ ਵੋਟਾਂ ਪਾਈਆਂ, ਤਾਂ ਹੀ ਤਾਂ ਮੰਗਦੇ ਫਿਰਦੇ ਨੇ ਵੀ ਸਾਨੂੰ ਵੋਟ ਨਹੀਂ ਪਾਈ ਤੁਸੀਂ, ਤੇ ਤੁਸੀਂ ਲਿਫਾਫਾ ਵੀ ਲੈ ਲਿਆ ਸਾਥੋਂ। ਉਹ ਕਹਿੰਦੇ ਜਾਓ ਸ਼ਿਕਾਇਤ ਕਰ ਲਓ। ਮੈਨੂੰ ਆਇਆ, ਮੈਂ ਜਾ ਥਾਣੇ 'ਚ ਕਹੋ। ਮੈਂ ਕਿਹਾ ਉਹਨਾਂ ਨੂੰ ਕਹਿ ਵੀ ਜਾ ਕੇ ਤੁਸੀਂ ਸਾਡੀ ਸ਼ਿਕਾਇਤ ਕਰ ਵੀ ਇਹਨੇ ਪੈਸੇ ਲੈ ਲਏ, ਸਾਡੀ ਵੋਟ ਨਹੀਂ ਪਾਈ, ਫਿਰ ਦੇਖਦਾ ਤੂੰ ਕੀ ਕਰਦਾ। ਸੋ ਹੁਣ ਲੋਕ ਜ਼ਿਆਦਾ ਅਵੇਅਰ ਹੋਣਗੇ, ਕੋਈ ਏਡੀ ਗੱਲ ਨਹੀਂ। ਚਲੋ, ਇਹ ਵੀ ਇੱਕ ਚੰਗਾ ਸੰਕੇਤ ਵੀ ਆਪਾਂ ਕਹਿ ਸਕਦੇ ਹਾਂ ਕਿ ਲੋਕ ਜਾਗਰੂਕ ਹੋਣ। ਤੇ ਦੂਜੀ ਗੱਲ, ਹੁਣ ਜਿਹੜੀ ਸਿਆਸਤ ਦੇ ਬਾਰੇ ਜੇ ਆਪਾਂ ਦੇਖੀਏ ਤਾਂ ਇਹ ਕਹਿੰਦੇ ਸਿਸਵਾ ਫਾਰਮ ਦੇ ਵੱਲ ਕਾਫੀ ਦੌੜ ਲੱਗੀ ਹੋਈ ਹੈ ਕਈਆਂ ਦੀ, ਕਿ ਸ਼ਾਇਦ ਕੈਪਟਨ ਸਾਹਿਬ ਮੁੜ ਕੇ ਫੇਰ ਜਿਹੜੇ ਕਿੰਗ ਮੇਕਰ ਸਾਬਤ ਹੋਣਗੇ ਕਹਿੰਦੇ ਭਾਜਪਾ ਦੇ ਲਈ। ਪਿਛਲੇ ਦਿਨਾਂ 'ਚ ਇਹਨਾਂ ਨੇ ਚਲੋ ਰਾਜਸਥਾਨ ਦਾ ਰੌਲਾ, ਉਹ ਤਾਂ ਕਹਿੰਦੇ ਰੌਲਾ ਹੀ ਸੀਗਾ, ਸਿਰਫ ਐਵੇਂ ਸ਼ਗੂਫਾ ਛੱਡਤਾ ਕਿਸੇ ਨੇ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਸਿਸਵਾ ਫਾਰਮ ਤੇ ਫਿਰ ਰੌਣਕਾਂ ਉਹ ਲੱਗ ਗਈਆਂ ਨੇ ਕਿ ਹੁਣ ਸਰਕਾਰ ਕਿਹਦੀ ਬਣਨੀ ਆ, ਉਹਦੇ ਵੱਲ ਨੂੰ ਸਾਰੇ ਝਾਕ ਰਹੇ ਨੇ। ਇਹ ਦੇਖੋ, ਪਤਾ ਨਹੀਂ ਤੁਹਾਨੂੰ ਖਬਰ ਕਿਹਨੇ ਦਿੱਤੀ ਹੈ ਐਸੀ ਕੋਈ, ਜੇ ਤਾਂ ਕੱਟੇ ਨੇ ਕਿਰਪਾ ਕਰਤੀ, ਜਿਹਦੀ ਪੂਜਾ ਕੀਤੀ ਸੀ ਇਹਨਾਂ ਨੇ, ਫਿਰ ਤਾਂ ਮੈਂ ਕਹਿ ਨਹੀਂ ਸਕਦਾ।
ਤੇ ਨਹੀਂ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਕਿਉਂ ਉੱਥੇ ਸਿਸਵਾ ਫਾਰਜ ਕਿਉਂ ਲਾਊ? ਕਿੱਥੋਂ ਕਿੰਗ ਮੇਕਰ ਬਣ ਜਾਣਗੇ? ਹੁਣ ਤੱਕ ਜਿੰਨੇ ਵੀ ਆਏ ਨੇ ਇਹਨਾਂ ਦੇ 3-4 ਸੀਟਾਂ ਤੋਂ ਵੱਧ ਤਾਂ ਜਾ ਨਹੀਂ ਰਹੀਆਂ। ਜੇ ਸਾਰੇ ਗਰੁੱਪ ਨੂੰ ਮਤਲਬ ਇਹਨਾਂ ਨੂੰ ਮਿਲਾ ਕੇ, ਢੀਂਡਸਾ ਸਾਹਿਬ ਨੂੰ ਮਿਲਾ ਕੇ, ਤੇ ਅੱਜ ਹੁਣ ਤਾਂ ਅਮਿਤ ਸ਼ਾਹ ਨੇ ਵੀ ਕਹਿਤਾ, ਇੱਥੋਂ ਗੱਲ ਕਲੀਅਰ ਹੁੰਦੀ ਹੈ। ਅੱਜ ਅਮਿਤ ਸ਼ਾਹ ਨੇ ਕਿਹਾ ਕਿ ਜੀ ਅਸੀਂ ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ਚ ਜਿੱਤਾਂਗੇ, ਪੰਜਾਬ 'ਚ ਸਾਡੀ ਸਥਿਤੀ ਠੀਕ ਹੋ ਜਾਊਗੀ। ਇਹਦਾ ਮਤਲਬ ਇਹ ਹੈ ਉਹਨਾਂ ਨੂੰ ਵੀ ਪਤਾ ਪੰਜਾਬ 'ਚ ਕੁਝ ਨਹੀਂ ਹੋਣਾ, ਤੇ ਜੇ ਹੋਊਗਾ 65 ਤੋਂ ਵੱਧ ਉਹ ਖੜੇ ਨੇ, ਤੇ ਕੈਪਟਨ ਸਾਹਿਬ ਕੀ ਕਰ ਰਹੇ ਨੇ? ਕੋਈ ਤਾਂ ਬੰਦੇ ਨਹੀਂ ਸੀ ਪੂਰੇ ਖੜਦੇ। ਤੇ ਮੈਨੂੰ ਨਹੀਂ ਲੱਗਦਾ ਕਿ ਸਿਸਵਾ ਫਾਰਮ 'ਚ ਰੌਣਕਾਂ ਲੱਗ ਰਹੀਆਂ ਨੇ। ਉਹਨਾਂ ਤੋਂ ਉਹ ਤਾਂ ਖੁਸ਼ ਵੀ ਨਹੀਂ ਹੈ। ਉਹਨਾਂ ਨੂੰ ਤਾਂ ਭਾਰਤੀ ਜਨਤਾ ਪਾਰਟੀ ਕੈਪਟਨ ਸਾਹਿਬ ਤੋਂ ਖੁਸ਼ ਨਹੀਂ ਹੈ। ਜਦੋਂ ਇਹ ਜੀ ਕੋਈ ਗੱਲ, ਇਹ ਪੱਕਾ ਤੁਹਾਡੇ ਕਿਸੇ ਕੈਪਟਨ ਸਾਹਿਬ ਦੇ ਬੰਦੇ ਨੇ ਇਹ ਗੱਲ ਕਹੀ ਹੋਊਗੀ। ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਨਾ ਕੈਪਟਨ ਸਾਹਿਬ, ਉਹੀ ਉਹ ਤਰੀਕਾ ਹੁੰਦਾ, ਇਹੀ ਗੱਲ ਦਾ ਤਰੀਕਾ ਹੁੰਦਾ ਇਹ ਕਹਿਣ ਦਾ ਕਿ ਯਾਰ ਅਸੀਂ ਚਰਚਾ 'ਚ ਰਹੀਏ। ਹੁੰਦਾ ਕੁਛ ਨਹੀਂ ਇਸ ਤਰ੍ਹਾਂ। ਮੈਨੂੰ ਨਹੀਂ ਲੱਗਦਾ, ਮੇਰੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਕਿੰਗ ਮੇਕਰ ਨਹੀਂ ਬਣ ਸਕਦੇ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ। ਪਰ ਹਾਲਾਤ ਕੀ ਅਰਵਿੰਦ ਕੇਜਰੀਵਾਲ ਹੋਰਾਂ ਵੱਲ ਇਸ਼ਾਰਾ ਕਰਦੇ ਨੇ ਕਿ ਉਹ ਕਿੰਗ ਮੇਕਰ ਸਾਬਤ ਹੋ ਸਕਦੇ ਨੇ ਕਾਂਗਰਸ ਨਾਲ ਗੱਠਜੋੜ ਕਰਕੇ ਜਾਂ ਕਿਸੇ ਵੀ ਤਰੀਕੇ? ਕਿਉਂਕਿ ਕਦੇ ਖਬਰਾਂ ਆ ਜਾਂਦੀਆਂ ਸੱਟਾ ਬਾਜ਼ਾਰ ਦੀਆਂ, ਕਦੇ ਖਬਰਾਂ ਆ ਜਾਂਦੀਆਂ ਕਿ ਇਹਨਾਂ ਦਾ ਇੰਟਰਨਲ ਸਰਵੇ ਹੋ ਗਿਆ। ਹੁਣ ਤਾਂ ਦਿਨ ਹੀ ਰਹਿ ਗਏ 2-3। ਦੇਖੋ, ਮੈਂ ਇੱਕ ਆਪਣੀ ਵੀਡੀਓ ਪਾਈ ਹਰਜਿੰਦਰ ਵਾਲੀਆ YouTube ਚੈਨਲ ਤੇ, ਉਹਦੇ 'ਚ ਮੈਂ ਕਿਹਾ ਸੀ ਇਸ ਕਿਆਸ ਰਾਈਆਂ ਦੇ ਮੌਸਮ 'ਚ ਮੈਂ ਕਿਆਸ ਰਾਈ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਔਰ ਕਿੰਗ ਮੇਕਰ ਉਹ ਹੁੰਦਾ ਜਿਹੜਾ ਆਪ ਨਾ ਬਣੇ, ਕੋਈ ਦੂਜੇ ਨੂੰ ਬਣਾ ਸਕੇ। ਕਿੰਗ ਨੂੰ ਬਣਾ, ਕਿੰਗ ਮੇਕਰ ਦਾ ਮਤਲਬ ਕਿੰਗ ਨੂੰ ਬਣਾਵੇ। ਤੇ ਮੈਨੂੰ ਲੱਗਦਾ ਕਿ ਕਿੰਗ ਭਗਵੰਤ ਮਾਨ ਬਣ ਰਿਹਾ ਹੈ। ਔਰ ਇਸ ਕਰਕੇ ਕਿੰਗ ਮੇਕਰ ਉਹ ਤਾਂ ਨਹੀਂ। ਕਿੰਗ ਮੇਕਰ ਜੇ ਬਣ ਸਕਦਾ ਕੋਈ, ਮੈਂ ਇਹ ਸਮਝ ਸਕਦਾ ਕਿ ਜਿਹੜੇ ਬੰਦੇ ਟੁੱਟਣਗੇ, ਹੁਣ ਤੋੜ ਭੰਨ ਤਾਂ ਸਾਰੇ ਕਰਨ ਨੂੰ ਫਿਰਦੇ ਨੇ। ਹੁਣ ਕਿਹਦੇ ਚੋਂ ਕਾਂਗਰਸ 'ਚ ਟੁੱਟਦੇ ਨੇ? ਤੁਸੀਂ ਅਕਾਲੀਆਂ 'ਚੋਂ ਸ਼ਾਇਦ ਨਾ ਟੁੱਟਣ ਕਿਉਂਕਿ ਬਾਹਰੋਂ ਨਹੀਂ ਗਏ, ਤੇ ਜੇ BSP ਦਾ ਇੱਕ ਅੱਧਾ ਜਿੱਤਦਾ ਉਹ ਦੇਖਿਆ ਜਾ ਸਕਦਾ। ਤੇ ਉਧਰੋਂ ਭਾਰਤੀ ਜਨਤਾ ਪਾਰਟੀ ਇਹੀ ਗੇਮ 'ਚ ਹੈ ਕਿ ਜੇ ਅਸੀਂ 20 ਵੀ ਕਿਸੇ ਤਰੀਕੇ ਨਾਲ ਜੇ 4-5 ਲੈ ਜਾਣ ਕੈਪਟਨ ਸਾਹਿਬ, 2-3 ਢੀਂਡਸਾ ਸਾਹਿਬ, ਬਾਕੀ ਅਸੀਂ ਲੈ ਜਾਈਏ, ਅਸੀਂ ਵੀ ਤੋੜ ਭੰਨ ਕਰ ਲਈਏ, ਉਹ ਵੀ ਫਿਰ ਕਿੰਗ ਮੇਕਰ ਉਹੀ ਬੰਦੇ ਬਣਨਗੇ ਜਿਹੜੇ ਕਾਂਗਰਸ ਤੇ ਨਿਗਾਹ ਰੱਖੀ ਹੈ। ਜਾਂ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਜਿਹੜੇ ਗਏ ਹੋਏ ਨੇ ਇੱਧਰੋਂ ਉੱਧਰੋਂ, ਉਹਨਾਂ ਦੇ ਲਿੰਕ ਤਾਂ ਹੈਗੇ ਨੇ ਨਾ, ਜਿਹੜੇ ਕਾਂਗਰਸ 'ਚੋਂ ਗਏ ਨੇ। ਜੇ ਮੈਨੂੰ ਭਾਰਤੀ ਜਨਤਾ ਪਾਰਟੀ, ਕੁਲਵੰਤ ਸਿੰਘ ਆ ਫਾਰ ਐਗਜ਼ਾਮਪਲ, ਉਹ ਅਕਾਲੀਆਂ 'ਚ ਰਿਹਾ, ਉਹ ਯਾਰ ਛੱਡ ਯਾਰ ਤੂੰ ਆ। ਜਿਹੜੇ ਬੰਦੇ ਹੁਣ ਉਹਨੂੰ ਉਹ ਕਾਹਦੇ ਲਈ ਹੈ? ਇੰਨਾ ਅਮੀਰ ਬੰਦਾ, ਉਹਨੇ ਪੈਸੇ ਲਈ ਤਾਂ ਜੁਆਇਨ ਨਹੀਂ ਕੀਤੀ, ਉਹਨੇ ਤਾਂ ਪਾਵਰ ਲਈ ਜੁਆਇਨ ਕੀਤੀ ਹੈ। ਜੇ ਉਹਨੂੰ ਲੱਗੇ ਪਾਵਰ ਉੱਧਰ ਆਉਂਦੀ ਹੈ, ਉਹਨੇ ਜੰਪ ਕਰਕੇ ਉੱਧਰ ਆ ਜਾਣਾ। ਪਰ ਇੱਕ ਖਿਆਲ ਰੱਖੋ, ਹੁਣ ਉਵੇਂ ਨਹੀਂ ਹੋਣਾ। ਹੁਣ ਸਪੋਰਟ ਕਿਵੇਂ ਦੇ ਦੋਗੇ? ਜ਼ਿਆਦਾ ਇਹ ਦੇਖੋ 2/3 ਕੱਟ ਕੇ ਆਉ, ਨਹੀਂ ਤਾਂ ਫਿਰ ਜਿਹੜਾ ਡਿਫੈਕਸ਼ਨ ਐਕਟ ਲਾਗੂ ਹੁੰਦਾ ਤੇ ਫਿਰ ਤਰੀਕੇ ਹੋਰ ਹੁੰਦੇ ਨੇ, ਕ੍ਰਾਸ ਵੋਟਿੰਗ ਹੁੰਦੀ ਹੈ, ਬੜਾ ਕੁਝ ਹੁੰਦਾ ਹੈ। ਸੋ ਜਿਹੜੇ ਨਾ ਕਿੰਗ ਮੇਕਿੰਗ ਦੀ ਭੂਮਿਕਾ, ਗੱਲਾਂ ਬਾਤਾਂ ਹੁੰਦੀਆਂ ਨੇ। ਸੱਟਾ ਬਾਜ਼ਾਰ ਦੀ ਤੁਸੀਂ ਗੱਲ ਕੀਤੀ ਹੈ, ਸੱਟਾ ਬਾਜ਼ਾਰ ਇਸ਼ਾਰੇ ਦਾ ਕਰ ਦਿੰਦਾ, ਭਾਵੇਂ ਉਹਨੂੰ 4 ਪੈਸੇ ਘੱਟ ਬਣਨਗੇ। ਇਸ ਮਾਮਲੇ 'ਚ ਵੀ 66 ਤੋਂ 68 ਸੀਟਾਂ ਆਉਣਗੀਆਂ, ਪਰ ਕਿਤੇ ਨਾ ਕਿਤੇ ਉਹਦੀ ਜਿਹੜੀ ਸੰਕੇਤ ਇਹ ਨੇ ਕਿ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ। ਜੀ, ਮੈਂ ਆਖਰੀ ਖਬਰ ਜਿਹੜੀ ਆ ਉਹ ਯੂਪੀ ਇਲੈਕਸ਼ਨ ਦੇ ਨਾਲ ਜੁੜੀ ਆ। ਉਧਰੋਂ ਵੀ ਕਹਿੰਦੇ ਕਿ ਭਾਜਪਾ ਨੂੰ ਕੋਈ ਸੌਖਾ ਜਿਹਾ ਮਾਹੌਲ ਉਧਰ ਨਜ਼ਰ ਨਹੀਂ ਆਉਂਦਾ। ਮਮਤਾ ਬੈਨਰਜੀ ਗੇੜਾ ਲਾ ਗਏ, ਉਹਨਾਂ ਨੇ ਆ ਕੇ ਕਿਹਾ ਕਿ ਭਾਜਪਾ ਦੀ ਇਸ ਵਾਰ ਗੇਮ ਖਤਮ ਹੋ ਚੁੱਕੀ ਹੈ। ਇਸ ਵਾਰ ਭਾਜਪਾ ਜਿਹੜੀ ਹੈ ਉਸ ਤਰੀਕੇ ਨਾਲ ਉਹਨਾਂ ਅੰਕੜਿਆਂ ਦੇ ਨੇੜੇ ਨਹੀਂ ਲੱਗੂਗੀ, ਮਤਲਬ ਕਿ ਉਹ ਕਹਿੰਦੇ ਸਰਕਾਰ ਨਹੀਂ ਬਣਾਊਗੀ। ਉਧਰ ਵਰੁਣ ਗਾਂਧੀ ਵੀ ਕਾਫੀ ਬੇੜੀਆਂ 'ਚ ਵੱਟੇ ਪਾ ਰਹੇ ਇਹਨਾਂ ਦੇ। ਨਹੀਂ, ਦੇਖੋ ਦੋਨੇ ਮਾਂ ਪੁੱਤ ਜਿਹੜੇ ਵਰੁਣ ਗਾਂਧੀ ਤੇ ਮੇਨਕਾ ਗਾਂਧੀ, ਵਰੁਣ ਗਾਂਧੀ ਤਾਂ ਖਾਸ ਤੌਰ ਤੇ ਕਿਸਾਨੀ ਅੰਦੋਲਨ 'ਚ ਵੀ ਇਹਨਾਂ ਨੂੰ ਕਹਿੰਦੇ ਰਹੇ, ਉਹਨਾਂ ਨੂੰ ਬੇੜੀਆਂ 'ਚ ਵੱਟੇ ਲੱਗਦੇ। ਆਪਾਂ ਕਹਾਂਗੇ ਵੀ ਉਹ ਸੱਚ ਬੋਲਦੇ ਨੇ ਜਾਂ ਘੱਟੋ ਘੱਟ ਉਹਨਾਂ ਨੇ ਹਾਂ ਦਾ ਨਾਰਾ ਤਾਂ ਸਹੀ ਮਾਰਿਆ। ਔਰ ਜਿਹੜਾ ਵੀ ਬੋਲਦਾ ਇਹ ਭਾਰਤੀ ਜਨਤਾ ਪਾਰਟੀ 'ਚ ਉਹਨੂੰ ਗੁੰਝੇ ਲਾ ਦਿੰਦੇ ਨੇ, ਲਾਇਆ ਵੀ ਹੋਇਆ। ਵੈਸੇ ਵੀ ਉਹਦੇ ਕੋਈ ਇਹ ਤਾਂ ਹੈ ਨਹੀਂ ਸੀ, ਉਹ ਤਾਂ ਕਿਉਂਕਿ ਜਿਸ ਤਰੀਕੇ ਨਾਲ ਇਹਦਾ ਸਮਾਨ ਚੱਕ ਕੇ ਸੱਸ ਨੂੰਹਾਂ ਦੀ ਲੜਾਈ ਹੋਈ ਸੀ,
ਖੁਸ਼ਵੰਤ ਸਿੰਘ ਦੇ ਇਲਸਟਰੇਟਿਵ ਵੀਕਲੀ ਦੇ ਫਰੰਟ ਪੇਜ ਤੇ ਫੋਟੋ ਲੱਗੀ ਸੀ, ਜਿਵੇਂ ਸੱਸ ਨੂੰ, ਚਾਹੇ ਉਹ ਇੰਦਰਾ ਗਾਂਧੀ ਸੀ ਤੇ ਨੂੰਹ ਉਹਦੀ ਮੇਨਕਾ ਸੀ, ਹੈ ਤਾਂ ਸੱਸ ਨੂੰ ਸੀ। ਜਿਵੇਂ ਸਮਾਨ ਸਿੱਟਿਆ ਸੀ ਸੰਜੇ ਗਾਂਧੀ ਦੇ ਇਸ ਪਰਿਵਾਰ ਦਾ, ਉਹ ਦੂਜੇ ਨੇ ਬੋਚ ਲਿਆ, ਤੇ ਬੋਚਣਾ ਅਕਸਰ ਹੁੰਦਾ। ਇੱਥੇ ਵੀ ਤਾਂ ਮਨਪ੍ਰੀਤ ਬਾਦਲ ਜਿਹੜਾ ਉਧਰੋਂ ਆਇਆ ਤੇ ਇਹਨਾਂ ਨੇ ਨਾਲ ਦੀ ਨਾਲ ਉਹਨੂੰ ਇੱਧਰ ਵੀ ਫਾਈਨਾਂਸ ਮਿਨਿਸਟਰ ਬਣਾਇਆ ਸੀ। ਇਹ ਬਹੁਤ ਸਾਰੇ ਐਗਜ਼ਾਮਪਲ ਨੇ ਜਦੋਂ ਕੋਈ ਬੰਦਾ ਨਿਕਲਦਾ। ਫਤਿਹ ਜੰਗ ਬਾਜਵਾ ਨਹੀਂ ਦੇਖਿਆ ਆਪਾਂ, ਸਾਰੇ ਇਸ ਤਰ੍ਹਾਂ ਹੁੰਦਾ। ਤੇ ਉਹ ਤਾਂ ਜਿਹੜੀ ਉਹ ਕੋਈ ਐਡੇ ਵੀਡੀਓ ਚ ਬੱਟੇ ਪਾਉਣ ਵਾਲੀ ਗੱਲ ਮੈਂ ਉਹਨੂੰ ਨਹੀਂ ਮੰਨਦਾ। ਹਾਂ, ਜਿਹੜੀ ਯੂਪੀ ਦੀ ਇਲੈਕਸ਼ਨ ਆ ਉਹ ਚ ਗੰਭੀਰ ਬਹੁਤ ਹੋ ਗਏ ਅਖੀਰ ਚ। ਜਿਹੜੀ ਯੂਕਰੇਨ, ਜਿਹੜਾ ਸਾਰਾ ਦਿਨ ਸਾਡਾ ਗੋਦੀ ਮੀਡੀਆ, ਜਿਹੜਾ ਨੈਸ਼ਨਲ ਮੀਡੀਆ ਲੱਗਿਆ ਹੋਇਆ ਸੀ ਕੋਈ ਅਮਰੀਕਾ ਦੇ ਪ੍ਰਭਾਵ ਥੱਲੇ ਪੁੱਤਰ ਨੂੰ ਗਾਲਾਂ ਕੱਢਣ, ਉਹ ਮੀਡੀਆ ਸੱਚ ਦਿਖਾਉਣ ਦੀ ਬਜਾਏ ਜੋ ਕੁਝ ਦਿਖਾ ਰਿਹਾ ਸਾਰੀ ਦੁਨੀਆ ਨੂੰ ਪਤਾ ਹੈ। ਲੇਕਿਨ ਉਹਨੇ ਜਦੋਂ ਨਰਿੰਦਰ ਮੋਦੀ ਸਾਹਿਬ ਆਪਦਾ ਉਹ ਯੂਪੀ ਵਾਰਾਣਸੀ ਚ ਜਲੂਸ ਕੱਢ ਰਹੇ ਨੇ, ਜਿਵੇਂ ਨਗਰ ਕੀਰਤਨ ਹੁੰਦਾ ਇਸ ਤਰ੍ਹਾਂ, ਫਿਰ ਉਹ ਜਾ ਕੇ ਮੰਦਿਰ ਦੇ ਵਿੱਚ ਕੱਲੀ ਕੱਲੀ ਗੱਲ ਦਿਖਾਈ। ਸਮਝ ਨਹੀਂ ਆਉਂਦੀ ਵੀ ਮੰਦਿਰ ਚ ਦਿਖਾਉਣ ਦਾ ਕੀ ਮਤਲਬ ਸੀ। ਇਲੈਕਸ਼ਨ ਦਾ ਟਾਈਮ ਹੈ ਪਰ ਅਸੀਂ ਵੋਟਾਂ ਲੈਣੀਆਂ ਨੇ, ਸਾਡੇ ਕੋਈ ਐਥਿਕਸ ਥੋੜੀ ਹੈ, ਨੈਤਿਕਤਾ ਨਹੀਂ ਹੈ ਸਾਡੇ। ਅਸੀਂ ਤਾਂ ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਨੇ। ਇੱਥੇ ਤਾਂ ਪਾਦਰੀ ਕੁੱਟਿਆ, ਕਹਿੰਦੇ ਤੂੰ ਜੈ ਸ਼੍ਰੀ ਰਾਮ ਕਹਿ। 18 ਸਾਲ ਤੋਂ ਅਗਲਾ ਪਾਦਰੀ ਹੈ, ਕੇਸ ਦਰਜ ਹੋਣ ਦਾ ਕੀ ਹੋ ਜਾਊਗਾ, ਅੱਗੇ ਵੀ ਸਾਰੇ ਕੇਸ ਦਰਜ ਹੋ ਗਏ। ਸੋ ਧਰਮ ਦੇ ਨਾਂ ਤੇ ਵੋਟਾਂ ਲੈਣ ਦਾ ਕਿਉਂ ਕੀਤਾ ਗਿਆ? ਕਿਉਂਕਿ ਹਾਲ ਦੀ ਘੜੀ ਜਿਹੜੇ 292 ਜਿਹੜੀਆਂ ਸੀਟਾਂ ਤੇ ਪਈਆਂ ਨੇ ਵੋਟਾਂ, ਉਹ ਚ ਉਹਨਾਂ ਨੂੰ ਲੱਗਿਆ ਕਿ ਗੜਬੜ ਤਾਂ ਕਿਤੇ ਨਾ ਕਿਤੇ ਹੈ, ਵੀ ਆਪਾਂ ਲਾਸਟ ਹਮਲਾ ਮਾਰੀਏ। ਤੇ ਉਹ ਮੋਦੀ ਦੇ ਨਾਂ ਤੇ ਉਹਨਾਂ ਨੇ, ਅਮਿਤ ਸ਼ਾਹ ਵੀ ਸਭ ਲੱਗੇ ਹੋਏ ਸੀ। ਹੁਣ ਤਾਂ ਕੱਲ ਤਾਂ ਪ੍ਰਚਾਰ ਬੰਦ ਹੀ ਹੋ ਗਿਆ, ਕੱਲ ਤਾਂ ਵੋਟਾਂ ਪੈਣੀਆਂ ਨੇ। ਲੇਕਿਨ ਜਿਹੜਾ ਉੱਥੇ ਸਭ ਤੋਂ ਵੱਡਾ ਉਹਨਾਂ ਨੂੰ ਜੌਟ ਲੱਗ ਰਿਹਾ, ਉਹ ਲੱਗ ਰਿਹਾ ਮਾਇਆਵਤੀ ਦਾ। ਮਮਤਾ ਬੈਨਰਜੀ ਦਾ ਇੰਨਾ ਅਸਰ ਭਾਵੇਂ ਨਾ ਹੋਵੇ, ਮਾਇਆਵਤੀ ਦਾ ਇਹ ਹੈ ਕਿ ਉਹਨਾਂ ਨੇ ਜ਼ੋਰ ਹੀ ਨਹੀਂ ਲਾਇਆ। ਤੇ ਜੇ ਮਾਇਆਵਤੀ ਦਾ ਜ਼ੋਰ ਨਹੀਂ ਲੱਗਦਾ ਤਾਂ ਵੋਟ ਉਹ ਕਿੱਧਰ ਨੂੰ ਜਾਊਗੀ? ਉਹ ਅਖਿਲੇਸ਼ ਯਾਦਵ ਨੂੰ ਜਾ ਸਕਦੀ ਹੈ। ਤਾਂ ਅਖਿਲੇਸ਼ ਯਾਦਵ ਨੂੰ ਵੋਟ ਗਈ, ਇਹ ਡਰ ਹੈ ਉਹਨਾਂ ਨੂੰ ਵੱਡਾ। ਤੇ ਮੁਸਲਿਮ ਵਾਲੀ ਗੱਲ ਵੀ ਅਖਿਲੇਸ਼ ਯਾਦਵ ਵੱਲ ਨੂੰ ਝੁਕਦੀ ਹੈ। ਤਾਂ ਮਮਤਾ ਬੈਨਰਜੀ ਨੋ ਡਾਊਟ ਉੱਥੇ ਵੱਡੇ ਲੀਡਰ ਦੇ ਤੌਰ ਤੇ, ਔਰ ਇਕੱਲਾ ਹੀ ਨਹੀਂ, ਜਿਵੇਂ ਇੱਕ ਪੇ ਸਟਾਲਨ ਲੱਗਿਆ ਹੋਇਆ ਕਿ ਤੁਸੀਂ ਸਾਰੇ ਇਕੱਠੇ ਹੋਵੋ, ਔਰ ਉਹਨੇ ਇਸ਼ੂ ਵੀ ਵੱਡੇ ਉਠਾਏ ਨੇ, ਜਿਹਦੇ ਚ ਸਭ ਤੋਂ ਜ਼ਿਆਦਾ ਉਹਨੇ ਦਰਾਵਾਡੀਅਨ ਮਾਡਲ ਦਿੱਤਾ ਹੈ। ਉਹ ਕਹਿੰਦਾ ਇਹ ਹੈ ਅਸਲ ਫੈਡਰਲ ਸਿਸਟਮ ਦਾ ਮਾਡਲ। ਉਹ ਚ ਮਮਤਾ ਬੈਨਰਜੀ ਨੂੰ ਵੀ ਉਹਨੇ ਕਿਹਾ ਵੀ ਅੱਗੇ ਆਓ। ਸੋ ਇਹ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਐਨਾਲਿਸਿਸ ਕਰਕੇ ਦੇਖਦੇ ਹਾਂ, ਬਾਕੀ ਤਾਂ ਦੱਸੂ ਰਿਜ਼ਲਟ, ਲੇਕਿਨ ਜਿੰਨਾ ਜ਼ੋਰ ਇਹਨਾਂ ਨੇ ਅਖੀਰਲੇ ਦਿਨ ਚ ਧਰਮ ਦੇ ਰਾਹੀਂ ਲਾਇਆ, ਇੰਨਾ ਸੌਖਾ ਨਹੀਂ ਅਖਿਲੇਸ਼ ਯਾਦਵ ਲਈ ਵੀ ਜਿੱਤਣਾ। ਪਰ ਇਹ ਗੱਲ ਵੀ ਨਾਲ ਹੈ ਕਿ ਭਾਰਤੀ ਜਨਤਾ ਪਾਰਟੀ ਯੂਪੀ ਚ ਜ਼ਰੂਰ ਇਹੋ ਜਿਹੇ ਸੰਕੇਤਾਂ ਤੋਂ ਡਰੀ ਹੈ ਕਿ ਇਹ ਨਾ ਹੋਵੇ ਕਿ ਅਸੀਂ ਸੱਤਾ ਤੋਂ ਬਾਹਰ ਹੋ ਜਾਈਏ। ਉਹਦਾ ਇੱਕ ਹੋਰ ਵੀ ਹੈ, ਗੋਰਖਪੁਰ ਹੈ ਇਹਦਾ ਇਲਾਕਾ ਜੋਗੀ ਦਾ, ਤੇ ਗੋਰਖਪੁਰ ਚ ਵੋਟ ਦੀ ਗਿਣਤੀ ਕਿੰਨੀ ਘਟੀ ਹੈ ਉੱਥੇ। ਮਤਲਬ ਇਹ ਕਈ ਸੰਕੇਤ ਨੇ ਵੀ ਜੇ ਘਟੀ ਹੈ ਤਾਂ ਕੀ ਉਹਦੇ ਹਵਾ ਨਹੀਂ ਰਹੀ। ਦੂਜੇ ਪਾਸੇ ਇਹ ਵੀ ਹੁੰਦਾ ਕਈ ਵਾਰੀ ਕਿ ਜੀ ਇਹਨਾਂ ਦੀ ਵੋਟ ਪ੍ਰੋਟੈਕਟ ਹੈ ਪਰ ਪਿਛਲੇ ਨਾਲੋਂ ਘਟੀ ਹੈ। ਤਾਂ ਇਹ ਸਾਰੀਆਂ ਗੱਲਾਂ ਤੋਂ ਲੱਗਦਾ। ਬਾਕੀ ਹੁਣ ਕੋਈ ਜ਼ਿਆਦਾ ਦਿਨ ਦੂਰ ਨਹੀਂ, 10 ਤਰੀਕ ਨੂੰ ਦੇਖਾਂਗੇ ਆਪਾਂ ਕੀ ਬਣਦਾ। ਬਿਲਕੁਲ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ।